ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਟੋਰਾਂਟੋ ਵੈਨਕੂਵਰ ਦੇ ਵਿੱਚ ਘਰ ਖਰੀਦਣ ਦੇ ਲਈ $220,000 ਦੀ ਲੋੜ। ਟੋਰਾਂਟੋ, ਵਿਨੀਪੈਗ, ਔਰਵਾ ਤੇ ਹੈਮਿਲਟਨ ਦੇ ਵਿੱਚ ਘਰਾਂ ਦੀ ਕੀਮਤ ਆਈ ਹੇਠਾਂ। ਨਿਊਟਨ ਐਥਲੈਟਿਕ ਪਾਰਕ ਦੇ ਵਿਖੇ ਨਵੇਂ ਆਰਟੀਫੀਸ਼ੀਅਲ ਟਰਫ ਫੀਲਡ ਅਤੇ ਰਬਰਾਈਜ਼ਡ ਵਾਕਿੰਗ ਟਰੈਕ ਦਾ ਕੀਤਾ ਉਦਘਾਟਨ। ਲੰਮੇ ਸਮੇਂ ਤੋਂ ਟਰਫ ਦੀ ਕੀਤੀ ਜਾ ਰਹੀ ਸੀ ਮੰਗ। ਫਿਲਮ ਪਦਮ ਸ਼੍ਰੀ ਕੌਰ ਸਿੰਘ ਦਾ ਹੋਇਆ ਪ੍ਰੀਮੀਅਰ। ਦਰਸ਼ਕਾਂ ਨੇ ਫਿਲਮ ਨੂੰ ਦਿੱਤਾ ਭਰਵਾਂ ਹੁੰਗਾਰਾ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਸਰਵੇ ਮੁਤਾਬਕ ਟੋਰਾਂਟੋ ਵੈਨਕੂਵਰ ਦੇ ਵਿੱਚ ਕਾਰ ਖਰੀਦਣ ਦੇ ਲਈ $220,000 ਆਮਦਨ ਦੀ ਲੋੜ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਭਾਵਿਤ ਹੋਣ ਤੋਂ ਪਹਿਲਾਂ ਹਾਊਸਿੰਗ ਮਾਰਕੀਟ ਗਰਮ ਸੀ। ਕੀਮਤਾਂ ਦੇ ਕਾਰਨ ਬਹੁਤ ਸਾਰੇ ਲੋਕ ਨਿਰਾਸ਼ ਹੋ ਕੇ ਕਾਰ ਖਰੀਦਣਾ ਚਾਹੁੰਦੇ ਸਨ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਕੀਮਤਾਂ ਅਸਮਾਨ ਨੂੰ ਛੂਹਣ ਕਾਰਨ ਇਹ ਮੁਸ਼ਕਿਲ ਵੱਧ ਗਈ। RateHub.ca ਦਾ ਹੁਣ ਕਹਿਣਾ ਹੈ ਕਿ ਉਹਨਾਂ ਨੇ ਕੈਲਕੂਲੇਸ਼ਨ ਕਰਨ ਦੇ ਲਈ ਮਾਰਚ 2022 ਤੇ ਜੂਨ 2022 ਦੇ ਰੀਅਲ estate ਡੇਟਾ ਦੀ ਜਿਹੜੀ ਹੈ ਉਹ ਪੁਸ਼ਟੀ ਕੀਤੀ ਹੈ, ਜਿਸ ਦੇ ਵਿੱਚ ਸਾਰੇ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਪਿਛਲੇ 4 ਮਹੀਨਿਆਂ ਦੇ ਵਿੱਚ ਇੱਕ ਘਰ ਖਰੀਦਣ ਦੇ ਲਈ ਲੋੜੀਂਦੀ ਸਾਲਾਨਾ ਆਮਦਨ ਦੇ ਵਿੱਚ ਔਸਤਨ $18,000 ਦਾ ਵਾਧਾ ਹੋਇਆ ਹੈ। ਵਿਕਟੋਰੀਆ BC ਮਾਰਚ ਦੇ ਮੁਕਾਬਲੇ ਜੂਨ ਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ, ਜਿਸ ਦੇ ਵਿੱਚ 75,760 ਜਾਂ ਫਿਰ 23% ਵਾਧੂ ਆਮਦਨ ਦੀ ਲੋੜ ਹੈ। ਟੋਰਾਂਟੋ ਵੈਨਕੂਵਰ ਦੇ ਵਿੱਚ ਘਰ ਖਰੀਦਣ ਲਈ $220,000 ਤੋਂ ਵੱਧ ਆਮਦਨ ਦੀ ਲੋੜ ਹੈ। RateHub.ca ਦੇ ਨਵੇਂ ਹਾਊਸਿੰਗ ਅਫੋਰਡੇਬਿਲਟੀ ਡੇਟਾ ਦੇ ਅਨੁਸਾਰ ਤੁਹਾਨੂੰ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ 20% ਡਾਊਨ ਪੇਮੈਂਟ ਦੇ ਨਾਲ ਇੱਕ ਘਰ ਖਰੀਦਣ ਲਈ $220,000 ਤੋਂ ਵੱਧ ਦੀ ਕਮਾਈ ਕਰਨ ਦੀ ਲੋੜ ਹੋਵੇਗੀ, ਜਦੋਂ ਕਿ ਟੋਰਾਂਟੋ, ਵੈਨਕੂਵਰ, ਵਿਨੀਪੈਗ, ਔਰਵਾ ਤੇ ਹੈਮਿਲਟਨ ਵਰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਹੇਠਾਂ ਜਾ ਰਹੀਆਂ ਨੇ। ਇਹਨਾਂ ਬਾਜ਼ਾਰਾਂ ਦੇ ਵਿੱਚ ਘਰ ਖਰੀਦਣ ਲਈ ਲੋੜੀਂਦੀ ਆਮਦਨ ਤਣਾਅ ਟੈਕਸ ਦੀਆਂ ਦਰਾਂ ਤੇ ਵੱਧਦੀ ਮਾਰਗੇਜ ਦਰਾਂ ਕਾਰਨ ਅਜੇ ਵੀ ਵੱਧ ਰਹਿੰਦੀ ਹੈ। RateHub.ca ਦਾ ਕਹਿਣਾ ਹੈ ਕਿ ਉਸਨੇ ਗਣਨਾ ਕਰਨ ਲਈ ਮਾਰਚ 2022 ਤੇ ਜੂਨ 2022 ਦੇ ਰੀਅਲ estate ਡੇਟਾ ਦੀ ਵਰਤੋਂ ਕੀਤੀ ਹੈ। ਟੋਰਾਂਟੋ ਵਿੱਚ ਘਰ ਖਰੀਦਦਾਰਾਂ ਨੂੰ ਮਾਰਚ ਦੇ ਮੁਕਾਬਲੇ $15,750 ਜਾਂ 7% ਜ਼ਿਆਦਾ ਕਮਾਉਣ ਦੀ ਲੋੜ ਹੈ। ਵੈਨਕੂਵਰ ਵਿੱਚ ਰਹਿਣ ਵਾਲਿਆਂ ਨੂੰ 31,730 ਜਾਂ 16% ਹੋਰ ਕਮਾਉਣ ਦੀ ਲੋੜ ਹੈ। ਸਾਰੇ ਕੈਨੇਡੀਅਨ ਸ਼ਹਿਰਾਂ ਵਿੱਚ ਪਿਛਲੇ 4 ਮਹੀਨਿਆਂ ਵਿੱਚ ਇੱਕ ਘਰ ਖਰੀਦਣ ਲਈ ਲੋੜੀਂਦੀ ਸਾਲਾਨਾ ਆਮਦਨ ਵਿੱਚ ਔਸਤਨ $18,000 ਦਾ ਵਾਧਾ ਹੋਇਆ ਹੈ। ਵਿਕਟੋਰੀਆ BC ਮਾਰਚ ਦੇ ਮੁਕਾਬਲੇ ਜੂਨ ਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ, ਜਿਸ ਵਿੱਚ 35,760 ਜਾਂ 23% ਵਾਧੂ ਆਮਦਨ ਦੀ ਲੋੜ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ BC ਵੱਲੋਂ ਘਰ ਖਰੀਦਣ ਵਾਲਿਆਂ ਦੇ ਲਈ ਖਪਤਕਾਰ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਘਰ ਖਰੀਦਣ ਦੀ ਇੱਛਾ ਰੱਖਦੇ ਨੇ, ਨਵਾਂ ਹੋਮ ਬਾਇਰ ਪ੍ਰੋਟੈਕਸ਼ਨ ਪੀਰੀਅਡ ਉਹਨਾਂ ਨੂੰ ਜ਼ਿਆਦਾ ਵਿਕਰੀ ਦੇ ਦਬਾਅ ਤੋਂ ਉਹਨਾਂ ਨੂੰ ਨਿਜਾਤ ਦਿਲਾਏਗਾ। ਇਹ ਮਿਆਦ ਕੈਨੇਡਾ ਦੇ ਵਿੱਚ ਆਪਣੇ ਆਪ ਦੇ ਵਿੱਚ ਪਹਿਲੀ ਮਿਆਦ ਹੈ। ਇਹ ਮਿਆਦ 1 ਜਨਵਰੀ 2023 ਤੋਂ ਲਾਗੂ ਹੋਵੇਗੀ। ਉਦਾਹਰਨ ਦੇ ਤੌਰ ਦੇ ਉੱਤੇ ਖਰੀਦ ਕੀਮਤ ਦੇ 0.25% ਜਾਂ ਹਰੇਕ 1 ਲੱਖ ਵਾਸਤੇ $250 ਉਹਨਾਂ ਲੋਕਾਂ ਵਾਸਤੇ ਸ਼ਾਮਿਲ ਹੈ ਜੋ ਕਿਸੇ ਵੀ ਦੇ ਪਿੱਛੇ ਹਟਣ ਦੀ ਚੋਣ ਕਰਦੇ ਨੇ। ਨਵਾਂ ਹੋਮ ਬਾਇਰ ਪ੍ਰੋਟੈਕਸ਼ਨ ਪੀਰੀਅਡ ਯਾਨੀ ਘਰਾਂ ਤੇ ਖਰੀਦਦਾਰਾਂ ਦੇ ਲਈ ਸੁਰੱਖਿਆ ਮਿਆਦ BC ਦੇ ਵਿੱਚ ਘਰ ਖਰੀਦਣ ਦੀ ਇੱਛਾ ਰੱਖਦੇ ਲੋਕਾਂ ਦੀ ਉੱਚ ਜੋਖਮ ਵਾਲੀਆਂ ਵਿਕਰੀਆਂ ਵਾਸਤੇ ਦਬਾਅ ਪਾਏ ਜਾਣ ਤੋਂ ਸੁਰੱਖਿਆ ਕਰੇਗਾ। ਇਹ ਮਿਆਦ ਕੈਨੇਡਾ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਮਿਆਦ ਹੈ ਅਤੇ ਇਹ ਉਸ ਪਹਿਲੀ ਪ੍ਰਮੁੱਖ ਕਾਰਵਾਈ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਰੀਅਲ estate ਮਾਰਕੀਟ ਦੇ ਵਿੱਚ ਘਰ ਖਰੀਦਣ ਵਾਲਿਆਂ ਨੂੰ ਬਿਹਤਰ ਖਪਤਕਾਰ ਸੁਰੱਖਿਆ ਦੀ ਪੇਸ਼ਕਸ਼ ਕਰਨ ਦੇ ਤਰੀਕਿਆਂ ਬਾਰੇ BC ਫਾਈਨੈਂਸ਼ੀਅਲ ਸਰਵਿਸਿਜ਼ ਅਥਾਰਟੀ ਦੀ ਰਿਪੋਰਟ ਦੇ ਆਧਾਰ ਤੇ ਵੱਲੋਂ ਕੀਤੀ ਜਾ ਰਹੀ ਹੈ। ਜਦ ਘਰ ਖਰੀਦਣ ਵਾਲੇ ਆਪਣੇ ਸਭ ਤੋਂ ਵੱਡੇ ਵਿੱਤੀ ਫੈਸਲਿਆਂ ਵਿੱਚੋਂ ਇੱਕ ਦੀ ਤਿਆਰੀ ਕਰਦੇ ਨੇ ਤਾਂ ਇਹ ਲਾਜ਼ਮੀ 3 ਦਿਨਾਂ ਦੀ ਮਿਆਦ ਉਹਨਾਂ ਨੂੰ ਮਹੱਤਵਪੂਰਨ ਕਦਮ ਚੁੱਕਣ ਦਾ ਮੌਕਾ ਦੇਵੇਗੀ, ਜਿਵੇਂ ਕਿ ਵਿੱਤੀ ਸਹਾਇਤਾ ਹਾਸਲ ਕਰਨ ਜਾਂ ਘਰਾਂ ਦੇ ਨਿਰੀਖਣ ਦਾ ਇੰਤਜ਼ਾਰ ਕਰਨਾ। ਘਰ ਖਰੀਦਣ ਦੇ ਲਈ ਬਹੁਤ ਸਾਰੇ ਲੋਕਾਂ ਨੂੰ ਨਿਰੀਖਣ ਕਰਨ ਦਾ ਸਾਹਮਣਾ ਕਰਨਾ ਪਿਆ ਹੈ। ਵਿੱਤ ਮੰਤਰੀ ਸੈਲੀਨਾ ਰੋਬਿਨਸਨ ਨੇ ਕਿਹਾ, ਅੱਜ ਦੀ ਮਾਰਕੀਟ ਦੇ ਲਈ ਅਤੇ ਭਵਿੱਖ ਲਈ ਆਪਣੇ ਘਰ ਵੇਚਣ ਵਾਲੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਦੇ ਹੋਏ ਘਰ ਖਰੀਦਣ ਵਾਲਿਆਂ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰਨ ਦੀ ਦਿਸ਼ਾ ਦੇ ਵਿੱਚ ਹੀ ਇਹ ਵੱਡਾ ਕਦਮ ਚੁੱਕਿਆ ਗਿਆ ਹੈ, ਜਿਸ ਦੇ ਉਹ ਹੱਕਦਾਰ ਵੀ ਨੇ। ਘਰਾਂ ਦੇ ਖਰੀਦਦਾਰਾਂ ਦੇ ਲਈ ਸੁਰੱਖਿਆ ਮਿਆਦ 1 ਜਨਵਰੀ 2023 ਤੋਂ ਲਾਗੂ ਹੋਵੇਗੀ। ਇਸ ਵਿੱਚ ਖਰੀਦ ਕੀਮਤ ਦੇ 0.25% ਦੀ ਰੱਦਕਰਨ ਫੀਸ ਜਾਂ ਹਰੇਕ $1 ਲੱਖ ਵਾਸਤੇ $250 ਉਹਨਾਂ ਲੋਕਾਂ ਵਾਸਤੇ ਸ਼ਾਮਿਲ ਹੈ ਜੋ ਕਿਸੇ ਸੌਦੇ ਦੇ ਪਿੱਛੇ ਹਟਣ ਦੀ ਚੋਣ ਕਰਦੇ ਨੇ। ਉਦਾਹਰਨ ਦੇ ਲਈ, ਜੇ ਖਰੀਦਦਾਰ $1 ਮਿਲੀਅਨ ਘਰ ਤੇ ਕਿਸੇ ਦੇ ਰੱਦ ਕਰਨ ਦੇ ਅਧਿਕਾਰ ਦੀ ਵਰਤੋਂ ਕਰਦਾ ਹੈ ਤਾਂ ਉਹਨਾਂ ਨੂੰ ਵਿਕਰੇਤਾ ਨੂੰ $2,500 ਦਾ ਭੁਗਤਾਨ ਕਰਨਾ ਪਵੇਗਾ।
ਪਵੇਗਾ। ਖਰੀਦਦਾਰ ਅਜੇ ਵੀ ਘਰਾਂ ਦੇ ਨਿਰੀਖਣ ਜਾਂ ਵਿੱਤੀ ਸਹਾਇਤਾ ਤੇ ਸ਼ਰਤਾਂ ਵਾਲੀਆਂ ਪੇਸ਼ਕਸ਼ਾਂ ਕਰ ਸਕਦੇ ਨੇ। ਸੁਰੱਖਿਆ ਮਿਆਦ ਘਰ ਖਰੀਦਣ ਵਾਲਿਆਂ ਨੂੰ ਅਜਿਹੇ ਸਮਿਆਂ ਦੇ ਉੱਤੇ ਸਾਵਧਾਨੀ ਨਾਲ ਵਿਚਾਰ ਕਰਨ ਦੇ ਮੌਕੇ ਦੀ ਪੇਸ਼ਕਸ਼ ਕਰੇਗੀ ਜਦ ਸ਼ਰਤਾਂ ਸਥਾਪਿਤ ਨਹੀਂ ਹੁੰਦੀਆਂ ਨੇ। ਘਰ ਖਰੀਦਣ ਵਾਲੇ ਦੀ ਸੁਰੱਖਿਆ ਮਿਆਦ ਸਲਾਹ ਮਸ਼ਵਰਿਆਂ ਦੇ ਨਤੀਜਿਆਂ ਤੇ ਆਧਾਰਿਤ ਹੈ ਜੋ BCFSA ਨੇ ਇਸ ਸਾਲ ਰੀਅਲ estate ਉਦਯੋਗ ਦੇ ਹਿੱਤ ਧਾਰਕਾਂ ਦੀ ਇੱਕ ਵਿਸ਼ਾਲ ਲੜੀ ਦੇ ਨਾਲ ਪੂਰੇ ਕੀਤੇ ਨੇ, ਜਿਸ ਵਿੱਚ ਘਰਾਂ ਦੇ ਇੰਸਪੈਕਟਰ, ਆਪਰੇਟਰਸ, ਰੀਅਲਟਰ ਤੇ ਅਕੈਡਮਿਕ ਲੋਕ ਅਤੇ ਇਸ ਤੋਂ ਇਲਾਵਾ ਕਾਨੂੰਨੀ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ਤੋਂ ਪ੍ਰਤੀਨਿਧੀ ਵੀ ਸ਼ਾਮਿਲ ਹੋਣਗੇ। ਰੀਅਲ estate ਮਾਰਕੀਟ ਦੇ ਵਿੱਚ ਜਨਤਾ ਤੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸੂਬਾ BCFSA ਦੀ ਸਲਾਹ ਅਤੇ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਧਿਐਨ ਕਰਨਾ ਜਾਰੀ ਰੱਖੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਲੰਬੇ ਸਮੇਂ ਤੋਂ ਸਰੀ ਨਿਊਟਨ ਇਲਾਕੇ ਦੇ ਲਈ ਆਰਟੀਫੀਸ਼ੀਅਲ ਯਾਨੀ ਸਭ ਤੋਂ ਲੰਬੇ ਟਰੈਕ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦਾ ਉਦਘਾਟਨ ਅੱਜ ਸਿਟੀ ਦੇ ਵੱਲੋਂ ਕੀਤਾ ਗਿਆ। BC ਦਾ ਸਭ ਤੋਂ ਇਹ ਲੰਬਾ ਟਰੈਕ ਹੈ, ਇਹ ਨਿਊਟਨ ਦੇ ਵਿੱਚ ਬਣਾਇਆ ਗਿਆ। ਮੇਅਰ ਮਕੱਲਮ ਨੇ ਇਸ ਦਾ ਉਦਘਾਟਨ ਕੀਤਾ ਹੈ ਔਰ ਇਸ ਸੰਬੰਧੀ ਜਾਣਕਾਰੀ ਕਾਉਂਸਲਰ ਮਨਦੀਪ ਨਾਗਰਾ ਨੇ ਕੁਝ ਇਸ ਤਰ੍ਹਾਂ ਦਿੱਤੀ। ਸੋ ਅਸੀਂ ਇਸ ਵੇਲੇ ਖੜੇ ਆ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਤੇ ਇੱਥੇ ਇੱਕ ਜਿਹੜੇ ਆਰਟੀਫੀਸ਼ੀਅਲ ਟਰਫ ਦਾ ਟਰੈਕ ਦਾ ਜਿਹੜਾ ਕਿ ਸਭ ਤੋਂ ਲੰਬਾ ਟਰੈਕ ਆ ਉਹਦਾ ਹੁਣ ਇਨੈਗੋਰੇਸ਼ਨ ਕੀਤੀ ਗਈ ਹੈ। ਕਾਉਂਸਲਰ ਮਨਦੀਪ ਨਾਗਰਾ ਸਾਡੇ ਨਾਲ ਨੇ। ਨਾਗਰਾ ਸਾਹਿਬ, ਬਹੁਤ ਸਾਰੇ ਵਾਅਦੇ ਕੀਤੇ ਸੀ ਜਦੋਂ ਪਿਛਲੀ ਵਾਰ ਚੋਣਾਂ ਦੇ ਵਿੱਚ ਆਏ ਸੀ, ਚਾਹੇ ਸਰੀ ਪੁਲਿਸ ਦਾ ਸੀ, ਸਕਾਈ ਟ੍ਰੇਨ ਦਾ ਸੀ, ਤੇ ਖਾਸ ਤੌਰ ਦੇ ਉੱਤੇ ਇਹ ਗੱਲਬਾਤ ਕੀਤੀ ਜਾਂਦੀ ਸੀ ਕਿ ਨਿਊਟਨ ਦਾ ਬਹੁਤਾ ਖਿਆਲ ਨਹੀਂ ਰੱਖਿਆ ਜਾਂਦਾ। ਕਿਦਾਂ ਲੱਗਦਾ ਜੀ ਹੁਣ ਇਹ ਸਾਰਾ ਜਿੱਦਾਂ ਪ੍ਰੋਜੈਕਟ ਪੂਰੇ ਹੋ ਰਹੇ ਆ? ਜੀ ਬਿਲਕੁਲ, ਆਪਾਂ 2 ਵੀਕ ਪਹਿਲੇ ਇੱਕ ਸਿਮਿਲਰ ਟਰੈਕ ਜਿਹੜਾ ਸੀਗਾ ਆਪਾਂ ਗੁਰਦੁਆਰਾ ਸਾਹਿਬ ਸਕਾਟ ਰੋਡ ਦੇ ਬਿਲਕੁਲ ਸਾਈਡ ਤੇ ਜਿਹੜੀ ਪਾਰਕ ਆ ਉੱਥੇ ਓਪਨ ਕੀਤਾ ਸੀ। ਆਹ ਪ੍ਰੋਜੈਕਟ ਹੁਣ ਕੰਪਲੀਟ ਹੋ ਗਿਆ। ਇਹ ਲੌਂਗੈਸਟ BC ਦਾ ਲੌਂਗੈਸਟ ਵਾਕਿੰਗ ਟਰੈਕ ਜਿਹੜਾ ਇੱਥੇ ਨਿਊਟਨ ਦੇ ਵਿੱਚ ਬਿਲਕੁਲ ਰੈਡੀ ਆ ਹੁਣ ਰੈਜ਼ੀਡੈਂਟਸ ਵਾਸਤੇ ਯੂਜ਼ ਕਰਨ ਵਾਸਤੇ। ਉਹਦੇ ਨਾਲ ਆਪਣੇ ਇੱਥੇ ਬਹੁਤ ਇੱਕ ਵੱਡਾ ਨੰਬਰ ਆ ਬੱਚਿਆਂ ਦਾ ਜਿਹੜਾ ਸੌਕਰ ਖੇਡਦੇ ਨੇ। ਸੋ ਸਾਡੀਆਂ ਬਹੁਤ ਫੈਮਲੀਜ਼ ਜਿਹੜੀਆਂ ਸੌਕਰ ਦੇ ਵਿੱਚ ਇਨਵੋਲਵ ਨੇ। ਇੱਥੇ ਬਹੁਤ ਕਲੱਬਸ ਹੈ ਜਿਹੜੇ ਦਿਨ ਰਾਤ ਹਾਰਡ ਵਰਕ ਕਰਦੇ ਨੇ ਬੱਚਿਆਂ ਨੂੰ ਕੋਚਿੰਗ ਵਾਸਤੇ, ਪ੍ਰੈਕਟਿਸਿਸ ਤੇ ਗੇਮ ਵਾਸਤੇ। ਬਹੁਤ ਲੌਂਗ ਟਾਈਮ ਤੋਂ ਇੱਕ ਇਹ ਸੀਗਾ ਕਿ ਜਿਹੜੀਆਂ ਫੀਲਡ ਦੀਆਂ ਐਲੋਕੇਸ਼ਨਸ ਪ੍ਰੋਪਰ ਸਾਰੇ ਕਲੱਬਾਂ ਨੂੰ ਨਹੀਂ ਹੋ ਰਹੀਆਂ ਸੀਗੀਆਂ, ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ ਸੀ ਕਿਉਂਕਿ ਬੱਚੇ ਨਿਊਟਨ ਦੇ ਸੀ। ਟਰੈਵਲ ਟਾਈਮ ਬਹੁਤ ਹੋ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਚਾਹੇ ਉਹ ਸਾਊਥ ਸਰੀ, ਚਾਹੇ ਕਲੋਵਰਡੇਲ, ਚਾਹੇ ਨਾਰਥ ਸਰੀ ਜਾ ਕੇ ਪ੍ਰੈਕਟਿਸ ਕਰਨੀ ਪੈਂਦੀ ਸੀ। ਸੋ ਇੱਕ ਹੋਰ ਟਰੈਕ ਜਿਹੜਾ ਸੌਕਰ ਦਾ ਉਹ ਰੈਡੀ ਹੋ ਗਿਆ, ਉਹ ਯੂਜ਼ ਵਾਸਤੇ ਬਿਲਕੁਲ ਰੈਡੀ ਆ। ਉੱਥੇ ਆਲਰੇਡੀ ਪ੍ਰੈਕਟਿਸ ਜਿਹੜੀਆਂ ਕਰਵਾ ਰਹੇ ਨੇ। ਮੇਅਰ ਨੇ 2 ਵੀਕਾਂ ਪਹਿਲਾਂ ਇੱਥੇ ਟੂਰਨਾਮੈਂਟ ਤੇ ਆਏ ਸੀਗੇ। ਉਹਨਾਂ ਨੇ ਦੱਸਿਆ ਕਿ ਇੱਕ ਹੋਰ ਜਿਹੜਾ ਨਵਾਂ ਸੌਕਰ ਦਾ ਫੀਲਡ ਆ ਉਹ ਅਗਲੇ ਸਾਲ ਬਣਾ ਕੇ ਫਿਰ ਤਿਆਰ ਕਰ ਦੇਣਗੇ। ਸੋ ਇਦਾਂ ਦੇ ਜਿਹੜੇ ਸਪੋਰਟਸ ਦੇ ਜਿਹੜੇ ਪ੍ਰੋਜੈਕਟ ਆ, ਹੋਰ ਬਹੁਤ ਪ੍ਰੋਜੈਕਟ ਹੈਗੇ ਆ ਜਿਹੜੇ ਚਾਹੇ ਉਹ ਅੰਡਰ ਕੰਸਟਰਕਸ਼ਨ ਨੇ, ਚਾਹੇ ਉਹ ਕੰਪਲੀਟ ਹੋ ਗਏ ਨੇ, ਚਾਹੇ ਜਿਹੜੇ ਆ ਉਹਨਾਂ ਦੇ ਵੱਡੇ ਪ੍ਰੋਜੈਕਟ ਸੀ ਜਿੱਦਾਂ ਨਿਊਟਨ ਰੈਕ ਸੈਂਟਰ ਆ, ਉਹ 200 ਮਿਲੀਅਨ ਦਾ ਪ੍ਰੋਜੈਕਟ ਆ, ਉਹ ਹਜੇ ਸ਼ੁਰੂ ਹੋਣਾ ਆ। ਸੋ ਇਦਾਂ ਦੇ ਬਹੁਤ ਪ੍ਰੋਜੈਕਟ ਆ ਜਿਹੜੇ ਆਈ ਥਿੰਕ ਅਬਾਊਟ 26 ਕੈਪੀਟਲ ਪ੍ਰੋਜੈਕਟ ਜਿਹੜੇ ਆਲ ਓਵਰ ਸਰੀ ਹਰ ਇੱਕ ਨੇਬਰਹੁੱਡ ਦੇ ਵਿੱਚ, ਹਰ ਇੱਕ ਛੋਟੀ ਪਾਕਟਸ ਦੇ ਵਿੱਚ ਜਿਹੜੇ ਸਰੀ ਦੀਆਂ ਇਹ ਜਿਹੜੇ ਇਦਾਂ ਦੇ ਪ੍ਰੋਜੈਕਟਸ ਆ ਬਣ ਰਹੇ ਨੇ ਤੇ ਬਹੁਤ ਜਲਦੀ ਉਹ ਕੰਪਲੀਟ ਜਾਂ ਉਹ ਆਲਮੋਸਟ ਕੰਪਲੀਸ਼ਨ ਦੇ ਲਾਗੇ ਨੇ। ਇੱਕ ਜ਼ਿਕਰ ਹੋ ਰਿਹਾ ਸੀ ਕਿ ਬਹੁਤ ਵੱਡਾ ਪੂਲ ਜਿਹੜਾ ਬਣਨਾ, ਉਹ ਕਿਹੜੀ ਜਗ੍ਹਾ ਔਰ ਕਦੋਂ ਦਾ ਪਲਾਨ ਆ ਜੀ? ਜੀ ਨਿਊਟਨ ਰੈਕ ਸੈਂਟਰ ਦੇ ਵਿੱਚ ਜਿਹੜਾ 71 ਐਂਡ ਕਿੰਗ ਜਾਰਜ ਦੇ ਆ, ਉਹਦੀ ਜਿਹੜੀ ਕੰਸਟਰਕਸ਼ਨ ਹੈ ਮੈਨੂੰ ਲੱਗਦਾ ਕਿ ਐਕਚੁਅਲ ਕੰਸਟਰਕਸ਼ਨ ਪਲੈਨਿੰਗ ਕੰਪਲੀਟ ਹੋ ਗਈ ਆ, ਹੋਰ 2-3 ਵੀਕਾਂ ਦੇ ਵਿੱਚ ਸਟਾਰਟ ਹੋ ਜਾਣੀ ਆ। ਸੋ ਓਲੰਪਿਕ ਸਾਈਜ਼ ਪੂਲ ਜਿਹੜੀਆਂ ਕਿ ਆਪਾਂ ਨੈਸ਼ਨਲ ਓਲੰਪਿਕ ਰਿਲੇਟਡ ਕੋਈ ਵੀ ਸਪੋਰਟਸ ਆ ਆਪਾਂ ਉੱਥੇ ਹੋਸਟ ਕਰ ਸਕਦੇ ਹਾਂ। ਉਹ 71 ਐਂਡ ਕਿੰਗ ਜਾਰਜ ਤੇ ਜਿਹੜੀ ਪੁਰਾਣੀ ਰੋਨਾ ਸਾਈਟ ਸੀ ਜਿਹੜੀ ਸਿਟੀ ਨੇ ਉਹ 7 ਏਕੜ ਬਾਏ ਕੀਤੇ ਆ, ਉਹ ਨਿਊਟਨ ਰੈਕ ਸੈਂਟਰ ਦੇ ਵਿੱਚ ਬਾਕੀ ਹੋਰ ਚੀਜ਼ਾਂ ਦੇ ਨਾਲ ਉਹ ਪੂਲ, ਉੱਥੇ ਬੈਡਮਿੰਟਨ, ਵਾਲੀਬਾਲ ਕੋਰਟਸ ਵੀ ਨੇ, ਟੈਨਿਸ ਕੋਰਟਸ ਵੀ ਨੇ, ਹੋਰ ਬਹੁਤ ਚੀਜ਼ਾਂ ਨੇ, ਜਿਮ ਨੇ, ਉਹਦੇ ਨਾਲ ਜਿਹੜਾ ਪੂਲ ਹੈ ਬਣ ਰਿਹਾ। ਹੋਰ ਲੋਕਾਂ ਦੀ ਕੀ ਮੰਗ ਕੀ ਹੈ ਇਸ ਵਾਰੀ ਨਾਗਰ ਸਾਹਿਬ, ਕੀ ਆਸ ਕਰਦੇ ਆ ਮੇਅਰ ਕੋਲੋਂ ਜਾਂ ਤੁਹਾਡੀ ਸਲੇਟ ਕੋਲੋਂ? ਹੁਣ ਜਿਹੜਾ ਫੋਕਸ ਜਿਹੜਾ ਸਾਡਾ ਅਗਲਾ ਰਹੇਗਾ ਉਹ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਸਰੀ ਦੇ ਵਿੱਚ। ਸੋ ਅਗਲੇ 4 ਸਾਲ ਸਾਨੂੰ 18 ਦੇ ਵਿੱਚ ਸਪੋਰਟਸ ਦੀ ਜਿਹੜੀ ਫੈਸਿਲਿਟੀਜ਼ ਸੀਗੀਆਂ ਉਹਨਾਂ ਦੀ ਇੰਪਰੂਵਮੈਂਟ ਵਾਸਤੇ, ਉਹਨਾਂ ਨੂੰ ਹੋਰ ਸਪੋਰਟਸ ਫੈਸਿਲਿਟੀਜ਼ ਪ੍ਰੋਵਾਈਡ ਕਰਨ ਵਾਸਤੇ ਸਭ ਤੋਂ ਵੱਡੀ ਡਿਮਾਂਡ ਸੀਗੀ। ਸੋ ਅਸੀਂ ਨਿਊਟਨ ਰੈਕ ਸੈਂਟਰ ਚਾਹੇ ਇੱਦਾਂ ਦੇ ਛੋਟੇ, ਚਾਹੇ ਸੌਕਰ ਫੀਲਡਸ ਹੈਗੀਆਂ ਸਾਊਥ ਸਰੀ ਦੇ ਵਿੱਚ ਬਣ ਗਈਆਂ, ਨਾਰਥ ਸਰੀ, ਕਲੋਵਰਡੇਲ, ਸਾਰੇ ਪਾਸੇ ਜਿਹੜੀਆਂ ਇੱਦਾਂ ਦੀਆਂ ਛੋਟੀਆਂ ਵੱਡੀਆਂ ਨਾਲ ਵੱਡੇ ਰੈਕ ਸੈਂਟਰ ਦੀ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਸੀ 18 ਦੇ ਵਿੱਚ। ਤੇ ਉਸ ਤੋਂ ਨਾਲ ਜਿਹੜੀ ਹੁਣ ਲੇਟੈਸਟ ਆ ਉਹ ਇਹ ਹੈ ਕਿ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਸਰੀ ਦੇ ਵਿੱਚ ਬਹੁਤ ਆ। ਅਸੀਂ 32 ਐਵਨਿਊ ਜਿਹੜਾ ਸਾਊਥ ਸਰੀ ਦੇ ਵਿੱਚ ਆ ਆਲਰੇਡੀ ਸਾਰਾ ਡਬਲ ਲੇਨ ਕਰ ਦਿੱਤਾ। 84th ਐਵਨਿਊ ਦੀ ਕੰਸਟਰਕਸ਼ਨ ਚੱਲ ਰਹੀ ਆ। ਹੋਰ ਜਿਹੜੇ ਇੱਦਾਂ ਦੇ ਰੋਡ ਜਿਹੜੇ ਮਿਸਿੰਗ ਸੈਗਮੈਂਟਸ ਹੈ ਉਹਨਾਂ ਨੂੰ ਕਨੈਕਟ ਕਰਾਂਗੇ, ਰੋਡ ਵਾਈਡ ਕਰਾਂਗੇ 132 108 ਐਵਨਿਊ ਤੋਂ ਲੈ ਕੇ ਹਾਈਵੇ 10 ਤੱਕ, ਜਿਹੜਾ ਉਹਨੂੰ ਦੋਨੋਂ ਸਾਈਡ ਡਬਲ ਲੇਨ ਹੋਣੀਆਂ ਚਾਹੀਦੀਆਂ। ਸੋ ਉਹ ਪ੍ਰੋਜੈਕਟ ਜਿਹੜਾ ਆ ਪਲੈਨਿੰਗ ਦੇ ਵਿੱਚ ਹੈਗਾ। ਫਿਲਮ ਪਦਮ ਸ਼੍ਰੀ ਕੌਰ ਸਿੰਘ ਨੂੰ ਦੇਖ ਕੇ ਦਰਸ਼ਕ ਕਾਫੀ ਖੁਸ਼ ਵੀ ਹੋਏ ਤੇ ਨਾਲ ਹੀ ਨਾਲ ਭਾਵੁਕ ਵੀ ਹੋਏ। ਬੀਤੇ ਦਿਨ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ ਜਿਸ ਦੇ ਵਿੱਚ ਕਰਮਜੀਤ ਹੋਰਾਂ,
ਤੇ ਉਹਨਾਂ ਦੀ ਟੀਮ ਦੀ ਮਿਹਨਤ ਬਾਕਮਾਲ ਨਜ਼ਰ ਆਈ। ਫਿਲਮ ਦੇਖ ਕੇ ਕਰਮਜੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਕਾਫੀ ਭਾਵੁਕ ਵੀ ਹੋਇਆ ਤੇ ਲੋਕਾਂ ਨੇ ਵੀ ਇਸ ਫਿਲਮ ਨੂੰ ਖੂਬ ਸਰਾਹਿਆ। ਇਹ ਰੀਅਲ ਲਾਈਫ ਸਟੋਰੀ ਸੀਗੀ, ਇੱਕ ਇਨਸਾਨ ਦਾ ਕਿਰਦਾਰ ਨਿਭਾਉਂਦੀ ਫਿਲਮ ਸੀਗੀ। ਦੋ ਪਰਸਨੈਲਿਟੀਜ਼ ਨਾਲ ਮੈਨੂੰ ਮੈਚ ਕੀਤਾ ਜਾਂਦਾ ਹੈ। ਮੈਂ ਨਹੀਂ ਕਹਿ ਰਿਹਾ ਵੀ ਮੈਂ ਕੋਈ ਕਮਾਂਡ ਕਰ ਰਿਹਾ ਜਾਂ ਉਹ ਜੋ ਆਡੀਅנס ਦੱਸਦੀ ਹੈ ਜਾਂ ਸਮਟਾਈਮਸ ਜੋ ਸਕਰੀਨ ਤੇ ਲੋਕੀ ਦੇਖਦੇ ਆ। ਅਸੀਂ ਜਿਹੜੇ ਫੌਜ 'ਚ ਬੰਦੇ ਜਾਂਦੇ ਹੈਗੇ ਆ, ਸਾਨੂੰ ਉਦੋਂ ਦਾ ਕਰਪਟ ਸਿਸਟਮ ਦਾ ਪਤਾ ਨਹੀਂ ਹੈ। ਲੱਗਦਾ ਵੀ ਕਈਆਂ ਨੂੰ ਪਦਮ ਸ਼੍ਰੀ ਦਾ ਮਤਲਬ ਨਹੀਂ ਪਤਾ, ਪਰ ਇਹ ਚੀਜ਼ ਬਹੁਤ ਉੱਚੀ ਹੈ ਤੇ ਪਾਉਣੀ ਬਹੁਤ ਔਖੀ ਹੈ। ਬਹੁਤ ਵਧੀਆ ਫਿਲਮ ਬਣਾਈ ਆ ਤੇ ਸਾਰੇ ਦੇਖਣ ਵਾਲੀ ਆ, ਸਾਰੇ ਦੇਖਣ ਦਾ ਵਧੀਆ, ਬਹੁਤ ਵਧੀਆ ਸਟੋਰੀ ਆ ਉਹਦੇ ਵਿੱਚ। ਪਦਮ ਸ਼੍ਰੀ ਕੌਰ ਸਿੰਘ ਦੇ ਅੱਜ ਪ੍ਰੀਮੀਅਰ ਦੇ ਉੱਤੇ ਅਸੀਂ ਸਾਰੇ ਇੱਥੇ ਪਹੁੰਚੇ। ਫਿਲਮ ਦਾ ਪ੍ਰੀਮੀਅਰ ਦੇ ਕੇ ਜਦੋਂ ਹੀ ਜਿਵੇਂ ਹੀ ਬਾਹਰ ਆਏ, ਇੱਕ ਬਹੁਤ ਹੀ ਵਧੀਆ ਮੈਸੇਜ ਕਨਵੇ ਕੀਤਾ ਜਾ ਰਿਹਾ ਔਰ ਸਪੈਸ਼ਲੀ ਵਧਾਈ ਦੇ ਪਾਤਰ ਨੇ ਕਰਮਜੀਤ ਸਿੰਘ ਹੋਣੀ, ਜਿਨ੍ਹਾਂ ਨੇ ਇੰਨੀ ਜ਼ਿਆਦਾ ਇਸ ਫਿਲਮ ਦੇ ਵਿੱਚ ਮਿਹਨਤ ਕੀਤੀ ਔਰ ਇੱਕ ਬਹੁਤ ਵੱਡਾ ਮੈਸੇਜ ਬਾਹਰ ਕੱਢਿਆ ਹੈ। ਕਰਮਜੀਤ ਜੀ ਜਦੋਂ ਬਾਹਰ ਨਿਕਲੇ ਤਾਂ ਕਾਫੀ ਇਮੋਸ਼ਨਲ ਹੋ ਗਏ, ਸਟਿਲ ਉਹਨਾਂ ਦੀ ਅੱਖਾਂ ਦੇ ਵਿੱਚ ਹਜੇ ਵੀ ਹੰਝੂ ਨੇ। ਕਰਮਜੀਤ ਜੀ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਚੈਨਲ ਪੰਜਾਬੀ ਦੀ ਸਾਰੀ ਟੀਮ ਦੇ ਵੱਲੋਂ ਬਹੁਤ-ਬਹੁਤ ਵਧਾਈਆਂ। ਤੁਹਾਡੀ ਪੂਰੀ ਟੀਮ ਦੀ ਮਿਹਨਤ ਫਿਲਮ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦਿਖਾਈ ਦੇ ਰਹੀ ਹੈ। ਤੁਸੀਂ ਇਸ ਟਾਈਮ ਬਹੁਤ ਇਮੋਸ਼ਨਲ ਹੋ, ਕੁਝ ਕਹਿਣਾ ਚਾਹੋਗੇ? ਨਹੀਂ, ਥੈਂਕ ਯੂ। ਦੇਖੋ ਐਵੇਂ ਹੁੰਦਾ ਨਾ, ਆਪਾਂ ਕੋਈ ਚੀਜ਼ ਸ਼ੁਰੂ ਕਰਦੇ ਹਾਂ, ਜਿਵੇਂ ਕੋਈ ਫਿਲਮ ਹੈ, ਇਹ ਵੀ ਜਿਹੜੀ ਇਹ ਫਿਲਮ ਸੀਗੀ ਇਹ ਰੀਅਲ ਲਾਈਫ ਸਟੋਰੀ ਸੀਗੀ, ਇੱਕ ਇਨਸਾਨ ਦਾ ਕਿਰਦਾਰ ਨਿਭਾਉਂਦੀ ਫਿਲਮ ਸੀਗੀ। ਕੌਰ ਸਿੰਘ ਦਾ ਜਿਹੜਾ ਕਿਰਦਾਰ ਉਹ ਮੇਨ ਨਿਭਾਇਆ। 2 ਸਾਲ 2.5 ਸਾਲ ਲੱਗ ਗਏ ਪਹਿਲਾਂ ਸਟੋਰੀ ਲਿਖੀ ਗਈ, ਉਹ ਨਰੇਸ਼ਨ ਹੁੰਦੀ ਜਾਂਦੀ ਸੀ, ਉਹ ਜ਼ਹਿਨ 'ਚ ਵੀ ਕੌਰ ਸਿੰਘ ਕੀ ਹੈ। ਫਿਰ ਆਪਾਂ ਸਕਰੀਨ ਤੇ ਲੈ ਕੇ ਆਏ, ਸਕਰੀਨ ਤੋਂ ਲਿਆਉਣ ਤੋਂ ਬਾਅਦ ਵੀ ਅਸੀਂ 10-15 ਵਾਰੀ ਫਿਲਮ ਦੇਖੀ ਵੀ ਤਾਂ ਕਿ ਇਹਨੂੰ ਬੈਟਰ ਕਰੀਏ। ਸੋ ਅੱਜ ਜਦੋਂ ਵੱਡੇ ਸਕਰੀਨ ਤੇ ਦੇਖਿਆ ਤੇ ਉਹ ਕਿਰਦਾਰ ਆਪਣੇ ਜ਼ਹਿਨ 'ਚ ਸੀਗਾ ਵੀ ਮੈਂ ਨਿਭਾਇਆ, ਤੇ ਜਦੋਂ ਹੁਣ ਫਾਈਨਲ ਆਊਟਕਮ ਦੇਖਿਆ ਤਾਂ ਫਿਰ ਉਹ ਬਹੁਤ ਭਾਵੁਕ ਹੈ। ਕੌਰ ਸਿੰਘ ਤੇ ਫਿਰ ਪਦਮ ਸ਼੍ਰੀ ਕੌਰ ਸਿੰਘ, ਇੱਕ ਕਰੈਕਟਰ ਨੂੰ ਤੁਸੀਂ ਜੀਆ ਹੈ। ਤੁਸੀਂ ਜਦੋਂ ਤੱਕ ਇਹ ਫਿਲਮ ਬਣ ਰਹੀ ਇਸ ਕਰੈਕਟਰ ਦੇ ਵਿੱਚ ਰਹੇ ਹੋ, ਕਿੱਦਾਂ ਦਾ ਲੱਗਿਆ ਜਦੋਂ ਇਸ ਕਰੈਕਟਰ ਨੂੰ ਜੀ ਰਹੇ ਸੀਗੇ? ਹਾਂਜੀ, ਦੇਖੋ ਬਹੁਤ ਅੱਛਾ ਲੱਗਿਆ ਤੇ ਉਹੀ ਹੈ ਵੀ ਮੈਂ ਆਪਣੇ ਵੱਲੋਂ ਆਪਣਾ ਫੁੱਲ ਕਰਤਾ ਆਪਣੀ ਸੁਸਾਇਟੀ ਲਈ। ਮੈਂ ਜਿਹੜਾ ਮੇਰਾ ਫਰਜ਼ ਬਣਦਾ ਸੀ, ਕੌਰ ਸਿੰਘ ਦੀ ਕਹਾਣੀ, ਮੱਖਣ ਸਿੰਘ ਦੀ ਕਹਾਣੀ, ਜਿਨ੍ਹਾਂ ਨੇ ਮਿਲਖਾ ਸਿੰਘ ਨੂੰ ਹਰਾਇਆ ਸੀ, ਗੋਪਾਲ ਬੇਗੜਾ, ਸਤੀਸ਼ ਮੋਹਨ, ਮੈਂ ਉਹ ਸਾਰਿਆਂ ਦੀ ਕਹਾਣੀ ਲਿਆ ਕੇ ਵੱਡੇ ਸਕਰੀਨ ਤੇ ਰੱਖਤੀ। ਹੁਣ ਫਰਜ਼ ਆਡੀਅנס ਦਾ, ਆਪਣੇ ਪੰਜਾਬੀ ਭਾਈਚਾਰੇ ਦਾ, ਵੀ ਉਹਨਾਂ ਨੇ ਇਹਨੂੰ ਕਿੱਥੇ ਲੈ ਕੇ ਜਾਣਾ। ਮੇਰਾ ਜਿਹੜਾ ਫਰਜ਼ ਸੀ ਮੈਂ ਆਪਣਾ ਫਰਜ਼ ਨਿਭਾ ਲਿਆ। ਕਿਤੇ ਜਦੋਂ ਅਸੀਂ ਫਿਲਮ ਦਾ ਪ੍ਰੀਮੀਅਰ ਦੇਖ ਰਹੇ ਸੀ ਨਾ, ਤੇ ਕਰਮਜੀਤ ਜੀ ਉੱਥੇ ਕਈ ਜਗ੍ਹਾ ਤੇ ਤੁਹਾਡੀ ਝਲਕ ਪ੍ਰੈਕਟਿਸ ਕਰਦਿਆਂ ਦੀ ਲੱਗ ਰਹੀ ਸੀਗੀ। ਤੁਹਾਨੂੰ ਪਤਾ ਹੋਗਾ ਫਰਹਾਨ ਅਖਤਰ, ਜਦੋਂ ਮਿਲਖਾ ਸਿੰਘ ਫਿਲਮ ਬਣੀ ਸੀ, ਬਹੁਤ ਥਾਂ ਦੇ ਉੱਤੇ ਤੁਹਾਡੀ ਝਲਕ ਉਦਾਂ ਦੀ ਨਜ਼ਰ ਆ ਰਹੀ ਹੈ ਕਿ ਇਹ ਸਾਨੂੰ ਹੀ ਮਹਿਸੂਸ ਹੋ ਰਿਹਾ ਸੀ ਕਿ ਤੁਹਾਨੂੰ ਵੀ ਲੱਗ ਰਿਹਾ, ਤੁਹਾਡੇ ਪਰਿਵਾਰ ਨੂੰ ਵੀ ਲੱਗਿਆ? ਨਹੀਂ, ਆਈ ਥਿੰਕ 2-3 ਟਾਈਮਸ ਦੇ ਵਿੱਚ, ਮਤਲਬ ਕਾਫੀ ਟਾਈਮ ਦੇ ਵਿੱਚ ਦੋ ਪਰਸਨੈਲਿਟੀਜ਼ ਨਾਲ ਮੈਨੂੰ ਮੈਚ ਕੀਤਾ ਜਾਂਦਾ ਹੈ। ਮੈਂ ਨਹੀਂ ਕਹਿ ਰਿਹਾ ਵੀ ਮੈਂ ਕੋਈ ਕਮਾਂਡ ਕਰ ਰਿਹਾ ਜਾਂ ਉਹ ਜੋ ਆਡੀਅנס ਦੱਸਦੀ ਹੈ ਜਾਂ ਸਮਟਾਈਮਸ ਜੋ ਸਕਰੀਨ ਤੇ ਲੋਕੀ ਦੇਖਦੇ ਆ। ਇੱਕ ਫਰਹਾਨ ਅਖਤਰ ਨਾਲ ਬਹੁਤ ਜ਼ਿਆਦਾ ਦੱਸਿਆ ਜਾਂਦਾ ਵੀ ਫੇਸ ਫੈਮਿਲੀਅਰ ਹੈ, ਤੇ ਫਿਰ ਐਮੀ ਵਿਰਕ ਦੇ ਨਾਲ, ਹੈ ਨਾ। ਸੋ ਉਹ ਕਾਫੀ ਵਾਰ ਆ ਜਾਂਦੀ ਹੈ ਰਿਜ਼ੈਂਬਲੈਂਸ। ਸੋ ਤੁਹਾਡਾ ਪਰਿਵਾਰ ਵੀ ਇੱਥੇ ਹੈ, ਤੁਸੀਂ ਸਪੈਸ਼ਲੀ, ਹੈ ਨਾ। ਕਹਿੰਦੇ ਨੇ ਕਿ ਇੱਕ ਜਦੋਂ ਪਤੀ ਦੀ ਬਹੁਤ ਜ਼ਿਆਦਾ, ਹੈ ਨਾ, ਚੜ੍ਹਾਈ ਹੁੰਦੀ ਹੈ, ਪਤਨੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਜਦੋਂ ਕਰਮਜੀਤ ਜੀ ਇਹ ਮੂਵੀ ਬਣਾ ਰਹੇ ਸੀ, ਫਿਲਮ ਕਰਨੀ ਸੀਗੀ, ਤੁਹਾਡੀ ਕੀ ਸਪੋਰਟ ਰਹੀ ਉਹਨਾਂ ਨੂੰ? ਮੈਂ ਤਾਂ ਹਮੇਸ਼ਾ ਇਹ ਕਹਿੰਦੀ ਸੀ, ਵੈਸੇ ਬਹੁਤ ਹਾਰਡ ਵਰਕ ਕਰਦੇ ਹੁੰਦੇ ਸੀ ਇਹ। ਮੈਂ ਕਹਿੰਦੀ ਸੀ ਵੀ ਇੰਨਾ ਵੀ ਹਾਰਡ ਵਰਕ ਵੀ ਮੈਨੂੰ ਨਹੀਂ ਪਤਾ ਵੱਡੇ ਪਰਦੇ ਦਾ ਜਿੰਨਾ ਪ੍ਰਾਊਡ ਫੀਲ ਹੋਇਆ ਵੀ ਰੀਅਲੀ ਗੁੱਡ ਟੌਪਿਕ, ਗੁੱਡ ਸਾਰਾ ਕੁਝ ਸੀ, ਮਿਕਸ ਮੈਚ ਸੀ, ਬਹੁਤ ਚੰਗਾ ਲੱਗਿਆ, ਬਹੁਤ ਹੀ ਚੰਗਾ ਲੱਗਿਆ। ਇਮੋਸ਼ਨਲ ਬਹੁਤ ਹੋਏ। ਸੋ ਪਰ ਇਹਨਾਂ ਦੀ ਹਾਰਡ ਵਰਕ ਘਰੇ ਵੀ ਬਹੁਤ ਚੱਲ ਕਰੀ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਜ਼ਿਆਦਾ। ਲੱਗਦਾ ਸੀਗਾ ਕਿ ਮਿਹਨਤ ਰੰਗ ਵੀ ਲਿਆਏਗੀ ਔਰ ਇੰਨਾ ਵੱਡਾ ਇਹ ਮੈਸੇਜ ਜਿਹੜਾ ਇਹਨਾਂ ਨੇ ਇੱਕ ਫਿਲਮ ਦੇ ਜ਼ਰੀਏ ਦੇਣ ਦੀ ਕੋਸ਼ਿਸ਼ ਕੀਤੀ, ਉਹ ਹੁਣ ਸਾਰਿਆਂ ਤੱਕ ਜਾਏਗਾ। ਦੇਖੋ ਹੋਪ ਤਾਂ ਹੈਗੀ ਆ, ਆਡੀਅנס ਅੱਗੇ ਆਡੀਅנס ਦੇਖਦੇ ਆ ਕਿੰਨਾ ਪਿਆਰ ਕਰਦੇ ਨੇ, ਪਰ ਇਹਨਾਂ ਦਾ ਜਿੰਦ ਜਾਨ ਇੱਕ ਵਿੱਚ ਮੈਂ ਕਹਿੰਦੀ ਹੁੰਦੀ ਹਾਂ, ਫੈਮਿਲੀ ਲਾਈਫ ਦਾ ਵੀ ਬਹੁਤ ਸੈਕਰੀਫਾਈਸ ਹੈ ਇਹਦੇ ਤੇ। ਇਹਨਾਂ ਨੇ ਤਾਂ ਆਪਣਾ ਸਾਰਾ ਤੁਹਾਡੇ ਅੱਗੇ ਰੱਖਤਾ, ਹੁਣ ਤੁਹਾਡਾ ਅੱਗੇ ਕੀ ਪਿਆਰ ਦਿੰਦੇ ਆ ਕੀ ਨਹੀਂ ਤੁਸੀਂ ਦਿੰਦੇ। ਸੋ ਹੋਪਫੁਲੀ ਆਡੀਅנס ਲਾਈਕ ਕਰੂਗੀ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਜ਼ਿਆਦਾਤਰ ਮੂਵੀਜ਼ ਫਨੀ ਹੀ ਆ ਰਹੀਆਂ ਨੇ। ਇਹ ਇੱਕ ਅੱਛਾ ਟੌਪਿਕ, ਅੱਛਾ ਮੈਸੇਜ ਆ ਵੀ ਆਈ ਥਿੰਕ ਸੋ ਵੀ ਆਡੀਅנס ਬਹੁਤ ਪਿਆਰ ਕਰੂਗੀ। ਹਾਂਜੀ, ਥੈਂਕ ਯੂ। ਸੋ ਕਿੱਦਾਂ ਦਾ ਲੱਗਿਆ ਪਾਪਾ ਦੀ ਮੂਵੀ ਦੇਖ ਕੇ? ਵਧੀਆ ਲੱਗਿਆ, ਮਜ਼ਾ ਆਇਆ? ਹਾਂਜੀ, ਬਹੁਤ ਫਨੀ ਸੀ। ਹਾਂ, ਅੱਛਾ ਫਨੀ ਸੀ ਮੂਵੀ, ਤਾਂ ਪਾਪਾ ਰੋ ਕਿਉਂ ਰਹੇ ਆ? ਮੈਂ ਕਈ ਉਹ ਹੁੰਦੇ ਆ ਸੈਡ ਪਾਰਟ ਮੂਵੀ ਚ। ਓਕੇ, ਜਿਵੇਂ ਜਦੋਂ ਕਈ ਵਾਰ ਕੋਈ ਰੋਂਦਾ ਹੁੰਦਾ, ਆਪਾਂ ਵੀ ਰੋਂਦੇ ਹੁੰਦੇ ਆ।
ਫਿਰ ਜਿਵੇਂ ਪਾਪਾ ਰੋ ਰਹੇ ਸੀਗੇ ਪਾਪਾ ਨੂੰ ਦੇਖੀ ਕੇ ਹੋ ਗਏ ਸੀਗੇ। ਅੱਛਾ, ਫਿਰ ਪਾਪਾ ਦੀਆਂ ਅੱਖਾਂ ਦੇ ਵਿੱਚ ਹੁਣ ਆਂਸੂ ਕਿਨੇ ਪੂੰਝਣੇ ਆ? ਕਰੋ ਸਾਫ ਪਾਪਾ ਦੀਆਂ ਅੱਖਾਂ ਫਿਰ। ਪਤਾ ਨਹੀਂ ਅੱਛਾ, ਫਿਲਮ ਦੇ ਵਿੱਚ ਦੇਖਿਆ ਨਹੀਂ ਕਿ ਪਾਪਾ ਆਪਣੇ ਪਾਪਾ ਨਾਲ ਕਿੰਨਾ ਪਿਆਰ ਕਰਦੇ ਆ, ਤਾਂ ਫਿਰ ਤੁਸੀਂ ਨਹੀਂ ਕਰਨਾ? ਮਤਲਬ ਕਿ ਫਿਲਮ ਦੇ ਵਿੱਚ ਦੇਖਿਆ ਨਾ ਵੀ ਪਾਪਾ ਦੇ ਜਿਹੜੇ ਪਾਪਾ ਹੈ ਉਹਨਾਂ ਦੀ ਕਿੰਨੀ ਸੋਹਣੀ ਦੋਸਤੀ ਹੈ, ਉਹ ਕਿੰਨਾ ਇੱਕ ਦੂਜੇ ਨੂੰ ਪਿਆਰ ਕਰਦੇ, ਤਾਂ ਫਿਰ ਤੁਸੀਂ ਆਪਣੇ ਪਾਪਾ ਨੂੰ ਕਿਉਂ ਨਹੀਂ ਪਿਆਰ ਕਰ ਰਹੇ? ਕਰਨਾ ਕਰਦੇ ਫਿਰ ਅੱਖਾਂ ਪੂੰਝੋ ਆਪਣੇ ਪਾਪਾ ਦੀਆਂ। ਚਲੋਗੇ ਪਾਪਾ ਰੋ ਰਹੇ, ਪੇਪਰ ਕਿੱਥੇ ਆ? ਓਕੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਾਪਾ ਦੀ ਮੂਵੀ ਦੇਖ ਕੇ? ਨਹੀਂ, ਅੱਜ ਫਿਲਮ ਕਿਹੜੀ ਦੇਖੀ ਆਪਾਂ? ਤੇ ਪਾਪਾ ਦੀ ਫਿਲਮ ਦੇਖ ਕੇ ਦੱਸੋ, ਰਿਵਿਊਜ਼ ਦਿਓ, ਬੋਲੋ ਮੇਰੇ ਗੁੱਗੂ ਕੀ ਹੈਗਾ ਸੋ ਇਹ ਬੜੀ ਕਿਊਟ ਜੀ ਕਰਮਜੀਤ ਜੀ ਦੀ ਫੈਮਿਲੀ ਸੀਗੀ ਜਿਨ੍ਹਾਂ ਨੇ ਕਿਹਾ ਕਿ ਬਹੁਤ ਸਾਰੀ ਮਿਹਨਤ ਕਰਮਜੀਤ ਨੇ ਕੀਤੀ। ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ, ਸਪੈਸ਼ਲੀ ਉਹਨਾਂ ਦੀ ਵਾਈਫ ਦਾ ਜਿਹੜਾ ਬਹੁਤ ਵੱਡਾ ਰੋਲ ਰਿਹਾ। ਉਹ ਕਹਿੰਦੇ ਘਰ ਦੇ ਕੰਮਾਂ ਦੇ ਵਿੱਚ ਬਹੁਤ ਘੱਟ ਟਾਈਮ ਹੁੰਦਾ ਸੀ, ਪਰ ਜਿੰਨੀ ਮਿਹਨਤ ਕਰਮਜੀਤ ਜੀ ਕਰ ਰਹੇ ਸੀ ਉਹਦਾ ਫਲ ਜਿਹੜਾ ਉਹ ਮਿਲਦਾ ਵੀ ਦਿਖਾਈ ਦੇ ਰਿਹਾ। ਸੋ ਪਰਿਵਾਰ ਇਸ ਵੇਲੇ ਭਾਵੁਕ ਹੈ, ਇਮੋਸ਼ਨਲ ਹੈ, ਪਰ ਖੁਸ਼ ਵੀ ਬਹੁਤ ਜ਼ਿਆਦਾ ਹੈ ਕਿ ਜਿਹੜਾ ਮੈਸੇਜ ਕਰਮਜੀਤ ਜੀ ਹੋਰੀ ਇਸ ਫਿਲਮ ਦੇ ਜ਼ਰੀਏ ਦੇਣਾ ਚਾਹੁੰਦੇ ਸੀ ਉਹ ਵਾਕਈ ਉਹ ਮੈਸੇਜ ਦੇ ਪਾ ਰਹੇ ਨੇ। ਸੋ ਕਰਮਜੀਤ ਦੇ ਪਰਿਵਾਰਕ ਮੈਂਬਰ ਇੱਥੇ ਨੇ, ਕਰਮਜੀਤ ਦੇ ਪਿਤਾ ਜੀ ਯਾਨੀ ਫਾਦਰ ਸਾਹਿਬ, ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਮਾਤਾ ਜੀ ਦੇ ਇੱਕ ਫਰੈਂਡ ਵੀ ਨਾਲ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਰ, ਇੱਕ ਬਹੁਤ ਹੀ ਵੱਡਾ ਜਿਹੜਾ ਤੁਹਾਡੇ ਬੇਟੇ ਨੇ ਇੰਨੀ ਸੋਹਣੀ ਅਦਾਕਾਰੀ ਕਰਕੇ ਛੋਟੀ ਜੀ ਫਿਲਮ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਖਿਡਾਰੀ ਜਿਹੜੇ ਕਿ ਗਾਇਬ ਹੋ ਚੁੱਕੇ ਨੇ, ਜਿਨ੍ਹਾਂ ਨੂੰ ਲੋਕਾਂ ਨੂੰ ਪਤਾ ਤੱਕ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਸੀ ਹੁਣ ਤੱਕ ਵੀ ਪਦਮ ਸ਼੍ਰੀ ਕੌਰ ਸਿੰਘ ਹੈ ਕੌਣ ਹੈ, ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਦੇਖੋ, ਮੈਂ ਖੁਦ ਵੀ ਆਰਮੀ 'ਚ ਸਰਵਿਸ ਕੀਤੀ ਹੈ। ਅਸੀਂ ਜਿਹੜੇ ਫੌਜ 'ਚ ਬੰਦੇ ਜਾਂਦੇ ਹੈਗੇ ਆ, ਸਾਨੂੰ ਉਦੋਂ ਦਾ ਕਰਪਟ ਸਿਸਟਮ ਦਾ ਪਤਾ ਨਹੀਂ ਹੈ। ਇਹੀ ਜੇ ਪੇਮੈਂਟ ਕਰ ਦਿੱਤੀ ਹੁੰਦੀ ਉਸ ਆਫਿਸ ਦੇ ਵਿਚਕਾਰ ਤਾਂ ਉਹਨਾਂ ਨੂੰ ਨਾਲ ਦੀ ਨਾਲ ਪੇਮੈਂਟ ਰਿਲੀਜ਼ ਹੋ ਜਾਣੀ ਸੀਗੀ। ਥਰੂ ਦਿਸ ਮੂਵੀ ਅਸੀਂ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉੱਥੋਂ ਦਾ ਸਿਸਟਮ ਸਹੀ ਕਰ ਲਿਆ ਜਾਵੇ, ਔਰ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ, ਕੋਈ ਮਿਹਨਤ ਨਹੀਂ ਲੱਗਦੀ। ਜੇ ਗਵਰਨਮੈਂਟ ਆਫ ਇੰਡੀਆ ਨੂੰ ਨਹੀਂ ਪਤਾ ਇਹ ਸਿਸਟਮ ਕਿਵੇਂ ਠੀਕ ਕਰਨਾ ਹੈ, ਅਸੀਂ ਫ੍ਰੀ ਆਫ ਕਾਸਟ ਬਿਨਾਂ ਆਪ ਦਾ ਨਾਮ ਲਏ ਤੋਂ ਅਸੀਂ ਉਹਨਾਂ ਨੂੰ ਹਰ ਚੀਜ਼ ਦੱਸਣ ਨੂੰ ਤਿਆਰ ਹਾਂ। ਜਿਵੇਂ ਕਿ ਹੁਣ ਦੇਖੋ ਵੀ ਇੰਡੀਆ 'ਚ ਮਿਸਟਰ ਮੋਦੀ ਸਿਰਫ ਇੱਕ ਸਾਈਨ ਕਰ ਦੇਣ 1 ਲੱਖ ਬੰਦੇ ਨੂੰ ਤੁਰੰਤ ਜੌਬ ਮਿਲ ਸਕਦੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਤੇ ਮੈਂ ਪ੍ਰੈਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿਸੇ ਦਿਨ ਟਾਈਮ ਕੱਢ ਲਓ, ਅਸੀਂ ਤੁਹਾਨੂੰ ਫ੍ਰੀ ਦੱਸ ਦਿੰਦੇ ਹਾਂ, ਉੱਥੇ ਹਰ ਇਨਸਾਨ ਨੂੰ ਨੌਕਰੀ ਮਿਲੇਗੀ ਬਿਨਾਂ ਕਿਤੇ ਪੈਸੇ ਲਾਏ ਤੋਂ। ਤੇ ਇਹੀ ਚਾਹੁੰਦੇ ਆ ਕਿ ਇੰਡੀਆ ਨੂੰ ਸੁਧਾਰ ਕਿਹਾ ਜਾਵੇ। ਚਲੋ ਜੀ, ਕਰਮਜੀਤ ਜੀ ਦੇ ਫਾਦਰ ਸਾਹਿਬ ਜਿਹੜੇ ਤੁਸੀਂ ਆਰਮੀ ਦੇ ਵਿੱਚ ਸੀਗੇ, ਤੇ ਮੈਨੂੰ ਲੱਗਦਾ ਆਰਮੀ ਵਾਲੀ ਜਿਹੜੀ ਇਹਨਾਂ ਨੇ ਜਿੰਨੀ ਵੀ ਟ੍ਰੇਨਿੰਗ ਉਹ ਤਾਂ ਤੁਹਾਡੇ ਤੋਂ ਹੀ ਘਰੋਂ ਹੀ ਲੈ ਲਈ ਹੋਣੀ ਇਹਨਾਂ ਨੂੰ, ਹੈ ਨਾ? ਦੇਖੋ, ਸੰਸਕਾਰ ਤਾਂ ਆਉਂਦੇ ਹੀ ਆਉਂਦੇ ਨੇ ਵੀ ਜੇ ਫਾਦਰ ਆਰਮੀ ਸੀ ਤੇ ਬੱਚਿਆਂ ਦੇ ਉੱਤੇ ਵੀ ਹੈਗਾ। ਪਲੱਸ ਉਹਨੇ ਸਾਡੀ ਲਾਈਫ ਦੇਖੀ ਹੋਈ ਹੈ ਕਿ ਅਸੀਂ ਮੱਡ ਹਾਊਸ ਤੋਂ ਰਾਈਜ਼ ਕਰਕੇ ਉੱਪਰ ਤੱਕ ਆਏ ਹੈਗੇ ਆ। ਸੋ ਅਸੀਂ ਆਪਣੀ ਲਾਈਫ ਕਿਵੇਂ ਗੁਜ਼ਾਰੀ ਹੈ, ਤੇ ਸਾਡਾ ਇੰਡੀਆ ਛੱਡਣ ਦਾ ਵੀ ਮੇਨ ਰੀਜ਼ਨ ਇਹੀ ਸੀਗਾ ਕਿ ਉਹ ਕਰਪਟ ਸਿਸਟਮ ਤੋਂ ਬਾਹਰ ਆਉਣਾ ਚਾਹੁੰਦੇ ਸੀ। ਦੈਟਸ ਵਾਈ ਵੀ ਆਰ ਹੇਅਰ। ਸੋ ਕਰਮਜੀਤ ਜੀ ਦੇ ਮਾਤਾ ਜੀ ਵੀ ਇੱਥੇ ਸਾਡੇ ਨਾਲ ਨੇ। ਆਂਟੀ ਜੀ, ਕਿੱਦਾਂ ਦਾ ਲੱਗ ਰਿਹਾ ਜਦੋਂ ਆਪਣੇ ਬੇਟੇ ਦੀ ਫਿਲਮ ਦੇਖ ਰਹੇ ਸੀ? ਹਾਂ, ਫਿਲਮ ਦੇਖ ਕੇ ਬਹੁਤ ਪ੍ਰਾਊਡ ਫੀਲ ਹੋਇਆ ਵੀ ਉਹਨੇ ਇੱਕ ਬਹੁਤ ਅੱਛਾ ਟੌਪਿਕ ਚੁਣਿਆ ਤੇ ਜਿਹਦੇ ਤੋਂ ਸਿੱਖਿਆ ਮਿਲਦੀ ਹੈ। ਤੇ ਮੈਨੂੰ ਲੱਗਦਾ ਵੀ ਕਈਆਂ ਨੂੰ ਪਦਮ ਸ਼੍ਰੀ ਦਾ ਮਤਲਬ ਨਹੀਂ ਪਤਾ, ਪਰ ਇਹ ਚੀਜ਼ ਬਹੁਤ ਉੱਚੀ ਹੈ ਤੇ ਪਾਉਣੀ ਬਹੁਤ ਔਖੀ ਹੈ। ਤੇ ਮਤਲਬ ਕਿ ਜਿਨ੍ਹਾਂ ਨੇ ਸਮਝਿਆ ਉਹਦੇ ਲਈ ਤਾਂ ਬਹੁਤ ਵੱਡੀ ਚੀਜ਼ ਹੈ। ਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਬੇਟੇ ਨੇ ਬਹੁਤ ਵਧੀਆ ਫਿਲਮ ਬਣਾਈ ਹੈ ਤੇ ਪਰਿਵਾਰ ਵਿੱਚ ਬਹਿ ਕੇ ਦੇਖੀ ਜਾ ਸਕਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਜੀ ਮੂਵੀ ਦੇਖੀਏ ਤਾਂ? ਹਾਂਜੀ, ਮੂਵੀ ਬਹੁਤ ਵਧੀਆ ਸੀ ਜੀ, ਤੇ ਵਾਕਈ ਬਹੁਤ ਪ੍ਰਾਊਡ ਫੀਲ ਹੋਇਆ। ਸਾਡੇ ਬੱਚੇ ਨੇ ਇੰਨਾ ਸੋਹਣਾ ਪਰਫਾਰਮੈਂਸ ਕੀਤੀ, ਔਰ weight ਵੀ ਕਿੰਨਾ ਘਟਾਇਆ, ਅਸੀਂ ਤਾਂ ਪਛਾਣ ਵੀ ਨਹੀਂ ਸਕੇ ਹੈਗੇ। ਬਹੁਤ ਚੰਗਾ ਲੱਗਿਆ, ਬਹੁਤ ਜ਼ਿਆਦਾ। ਸੋ ਕਰਮਜੀਤ ਬਾਠ ਹੋਰਾਂ ਦੇ ਇੱਥੇ ਸੱਸ ਤੇ ਉਹਨਾਂ ਦੇ ਸਹੁਰਾ ਸਾਹਿਬ ਵੀ ਹੈਗੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਆਪਣੇ ਜਵਾਈ ਦੀ ਅੱਜ ਫਿਲਮ ਦੇਖੀ, ਕਿਆ ਪਰਫਾਰਮੈਂਸ ਹੋਰਾਂ ਨੇ ਦਿੱਤੀ, ਐਡਾ ਵੱਡਾ ਮੈਸੇਜ ਤੁਹਾਡੇ ਜਵਾਈ ਦੇ ਰਿਹਾ ਹੈ। ਤੁਹਾਨੂੰ ਲੱਗਦਾ ਸੀ ਜਦੋਂ ਵਿਆਹ ਕੀਤਾ ਸੀ ਵੀ ਤੁਹਾਡਾ ਜਵਾਈ ਐਡੀਆਂ ਸ਼ਾਨਦਾਰ ਫਿਲਮਾਂ ਬਣਾਏਗਾ? ਨਹੀਂ, ਬਹੁਤ ਵਧੀਆ ਫਿਲਮ ਬਣਾਈ ਆ ਜੀ, ਤੇ ਸਾਰਿਆਂ ਦੇਖਣ ਵਾਲੀ ਆ, ਸਾਰੇ ਦੇਖਣ ਦਾ ਵਧੀਆ, ਬਹੁਤ ਵਧੀਆ ਸਟੋਰੀ ਆ ਉਹਦੇ ਵਿੱਚ, ਤੇ ਬਹੁਤ ਸਾਰਿਆਂ ਨੂੰ ਪਸੰਦ ਆਈ ਦੇਖਣ ਵਾਸਤੇ। ਸੋ ਤੁਸੀਂ ਹੁਣ ਜਦੋਂ ਸਾਰਿਆਂ ਨੂੰ ਆਪਣੀਆਂ ਸਹੇਲੀਆਂ ਨੂੰ ਦੱਸਦੇ ਹੋ ਵੀ ਆਹ ਸਾਡਾ ਜਵਾਈ ਹੈ, ਕਿੱਦਾਂ ਦਾ ਲੱਗਦਾ? ਨਹੀਂ, ਬਹੁਤ ਵਧੀਆ ਹੈ। ਜਿਵੇਂ ਕਹਿੰਦੇ ਨੇ ਪਿੰਡ ਵੀ ਜਾਂਦਾ ਸਾਡੇ, ਪਰ ਜਿੰਨੀ ਕਹਿ ਦੋ ਉਨੀ ਇਹਦੀ ਮਤਲਬ ਗੱਲ ਕਰਦੇ ਨੇ, ਪਰ ਉਦੋਂ ਨਹੀਂ ਸੋਚਿਆ ਸੀ। ਹੁਣ ਪਤਾ ਕੀ ਆ, ਅੱਗੇ ਬੱਚੇ ਵਧੀ ਜਾਂਦੇ ਨੇ ਦੇਖ ਕੇ, ਬਾਕੀ ਸ਼ੌਂਕ ਹੁੰਦਾ। ਮੈਨੂੰ ਵਧੀਆ ਸ਼ੌਂਕ ਸੀ। ਹਾਂਜੀ, ਜਿਵੇਂ ਫਿਲਮ ਦੇ ਵਿੱਚ ਡਿਮਾਂਡ ਰੱਖਤੀ ਸੀ ਸਹੁਰਿਆਂ ਨੇ ਵੀ ਪਹਿਲਾਂ ਜੀ ਆਰਮੀ 'ਚ ਮੁੰਡਾ ਜਾਊ ਤੇ ਵਿਆਹਣਾ, ਤੁਸੀਂ ਤਾਂ ਨਹੀਂ ਰੱਖੀ ਸੀ ਉਹਨਾਂ ਅੱਗੇ? ਨਹੀਂ, ਮੈਂ ਤਾਂ ਦੇਖੋ ਇੱਕ ਬੇਟੀ ਸੀ, ਇੱਕ ਬੱਚਾ ਇਹ ਲੱਭਿਆ, ਠੀਕ ਆ, ਦੋਨੇ ਪਿਆਰੇ ਬੱਚੇ ਨੇ। ਇਹ ਮੈਂ ਕੋਈ ਜਵਾਈ ਨਹੀਂ ਸਮਝਿਆ, ਪੁੱਤਾਂ ਤੋਂ ਵੱਧ ਪਿਆਰਾ, ਮੈਨੂੰ ਬਹੁਤ ਪਿਆਰਾ ਇਹ। ਪਰ ਉਹ ਵੀ ਬਹੁਤ ਜਿੰਨਾ ਕਹਿੰਦੇ ਨਹੀਂ, ਬਹੁਤ ਜ਼ਿਆਦਾ ਸਾਡਾ ਕਰਦਾ ਹੈ।
ਹਾਂ ਬਸ ਚਲੋ ਪ੍ਰਮਾਤਮਾ ਇਹਨਾਂ ਨੂੰ ਹੋਵੇ, ਬਾਕੀ ਫਿਲਮ ਇਹਦੀ ਵਧੀਆ ਚੱਲੇ ਹੈ ਨਾ, ਆਪਾਂ ਨੂੰ ਇਹ ਵੀ ਸਾਰੇ ਦੇਖਣ, ਦੇਖ ਕੇ ਕਹਿਣ ਵੀ ਠੀਕ ਆ, ਖੁਸ਼ ਕੀਤਾ ਹੈ ਨਾ, ਸਾਰੇ ਖੁਸ਼ ਹੋਣ। ਹਾਂਜੀ ਬਹੁਤ ਚੰਗੀ ਲੱਗੀ ਆ। ਇਹਦੇ ਵਿੱਚ ਪਤਾ ਲੱਗਦਾ ਵੀ ਜੋ ਸਰਕਾਰੀ ਕੰਮ ਹੁੰਦੇ ਕਿੱਦਾਂ ਭ੍ਰਿਸ਼ਟਾਚਾਰ ਉੱਥੇ ਹੁੰਦਾ ਤੇ ਉਹਦੀ ਮੂੰਹ ਬੋਲਦੀ ਤਸਵੀਰ ਹੈਗੀ ਆ। ਪਹਿਲੀ ਗੱਲ ਤਾਂ ਮੇਰੇ ਨੌਲੇਜ 'ਚ ਇਜ਼ਾਫਾ ਹੋਇਆ ਔਰ ਮੈਨੂੰ ਪਤਾ ਨਹੀਂ ਸੀ ਵੀ ਇੰਟਰਨੈਸ਼ਨਲ ਲੈਵਲ ਦੇ ਸਾਡੇ ਬਾਕਸਰ ਕੌਰ ਸਿੰਘ ਜੀ ਇਵਨ ਮੁਹੰਮਦ ਅਲੀ ਦੇ ਨਾਲ ਉਹਨਾਂ ਦਾ ਮੈਚ ਹੋਇਆ ਔਰ ਹਿੰਦੁਸਤਾਨ ਦੇ ਲਈ ਇੰਨੇ ਸਾਰੇ ਉਹਨਾਂ ਨੇ ਮੈਡਲ। ਲੇਕਿਨ ਜਿਹੜੀ ਦੂਜੀ ਟ੍ਰੈਜੇਡੀ ਜਿਹੜੀ ਹੁੰਦੀ ਆ ਖਿਡਾਰੀ ਦੇ ਲਾਈਫ ਦੀ ਵੀ ਉਹਨੂੰ ਮਾਇਕ ਸਹਾਇਤਾ ਨਹੀਂ ਮਿਲਦੀ, ਸੋ ਕਿਤੇ ਨਾ ਕਿਤੇ ਉਹ ਜਿੱਦਾਂ ਭੁੱਲ ਜਾਂਦੇ ਨੇ। ਮੈਂ ਬੰਬੇ ਤੋਂ ਹੈਗਾ, ਕ੍ਰਿਕਟ ਦੇ ਉੱਤੇ ਬਹੁਤ ਪੈਸਾ ਖਰਚ ਹੁੰਦਾ ਲੇਕਿਨ ਦੂਜੇ ਸਪੋਰਟਸ ਦੇ ਉੱਤੇ ਵੀ ਹੋਣਾ ਚਾਹੀਦਾ ਔਰ ਅੱਜ ਵੀ 38 ਸਾਲ ਹੋ ਗਏ ਵੀ ਜਿਹੜੇ ਪੈਸੇ ਉਹਨਾਂ ਦੇ ਪ੍ਰੋਫੈਸੀ ਅਜੇ ਤੱਕ ਨਹੀਂ ਮਿਲੇ। ਸੋ ਸਾਨੂੰ ਸਾਰਿਆਂ ਨੂੰ ਇਸ ਮੂਵੀ ਤੋਂ ਪਹਿਲਾਂ ਤਾਂ ਸਿੱਖਣਾ ਚਾਹੀਦਾ, ਉਹਨਾਂ ਨੂੰ ਸ਼ਰਧਾਂਜਲੀ ਔਰ ਰਿਸਪੈਕਟ ਪੇ ਕਰਨੀ ਚਾਹੀਦੀ ਹੈ ਔਰ ਉਹਨਾਂ ਦੀ ਮਾਇਕ ਸਹਾਇਤਾ ਵੀ ਕਰਨੀ ਚਾਹੀਦੀ ਹੈ। ਮੇਰੇ ਲਈ ਤਾਂ ਇਮੋਸ਼ਨਲ ਮੂਵਮੈਂਟ ਸੀਗੀ ਕਿਉਂਕਿ ਜਦੋਂ ਦੇਖਦੇ ਹਾਂ ਸਾਡਾ ਕਰਮ ਬਾਟ ਨੂੰ ਤੇ ਉਹ ਸਾਡਾ ਇੱਥੇ ਹੀ ਜਿਹੜਾ ਹੈਗਾ ਟੈਲੈਂਟ ਹੈਗਾ ਜਿਹੜਾ ਸਾਡੇ ਬੈਕਯਾਰਡ 'ਚ ਹੈਗਾ। ਸੋ ਬਹੁਤ ਮਤਲਬ ਚੰਗਾ ਲੱਗਿਆ ਕਿ ਕਿਉਂਕਿ ਸੋਚਦੇ ਨਹੀਂ ਸੀ ਮੈਂ ਕਿਉਂਕਿ ਬਹੁਤ ਮੌਕਾ ਮਿਲਿਆ ਮੈਨੂੰ ਇਹਨਾਂ ਨਾਲ ਜਾਣੀ ਪਿੱਛੇ ਸਮਾਂ ਬਿਤਾਉਣ ਦਾ, ਪਰ ਇਹ ਨਹੀਂ ਸੀ ਦੇਖਿਆ ਵੀ ਉਹ ਕੋਈ ਇੰਨਾ ਟੈਲੈਂਟ ਵੀ ਅੱਜ ਦੇਖ ਕੇ ਮੈਂ ਪਹਿਲਾਂ ਤਾਂ ਵਧਾਈ ਦਿੰਦਾ ਬਾਠ ਪਰਿਵਾਰ ਨੂੰ ਵੀ ਵਧਾਈ ਨਾਲ, ਕਿਉਂਕਿ ਇਹ ਜਿਹੜਾ ਹੈ ਕਰਮ ਸਿੰਘ ਬਾਠ ਉਹਨਾਂ ਨੂੰ ਪਹਿਲਾਂ ਤਾਂ ਮੈਂ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਕਿਉਂਕਿ ਇਹਨਾਂ ਦਾ ਦਿਲੀ ਐਫਰਟ ਹੈਗਾ, ਬਹੁਤ ਸਿੰਸੀਅਰ ਐਫਰਟ ਹੈਗਾ। ਪਹਿਲਾਂ ਵੀ ਇਹਨਾਂ ਨੇ ਜਿਹੜੀ ਫਿਲਮ ਬਣਾਈ ਧਰਮ ਯੁੱਧ ਮੋਰਚਾ, ਉਹ ਵੀ ਕੌਮ ਦੇ ਵਾਸਤੇ ਬਣਾਈ, ਜਿਹੜਾ ਪੰਜਾਬ ਦਾ ਜਾਂ ਕੌਮ ਦਾ ਦਰਦ ਹੈਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ। ਤੇ ਹੁਣ ਇਸ ਸਿਸਟਮ ਦੇ ਉੱਤੇ ਬਹੁਤ ਵੱਡੀ ਚੋਟ ਹੈਗੀ ਆ ਜਿਹੜੀ ਕਿ ਅਸਲੀਅਤ ਪੇਸ਼ ਕੀਤੀ ਹੈ। ਇਹ ਤੱਥਾਂ ਤੇ ਆਧਾਰਿਤ ਗੱਲਾਂ ਹੈਗੀਆਂ, ਇਤਿਹਾਸਕ ਫਿਲਮ ਹੈਗੀ ਆ ਤੇ ਮੌਜੂਦਾ ਜਿਹੜੀਆਂ ਸਮੱਸਿਆਵਾਂ ਇਹ ਸਟਿਲ ਇਹ ਐਗਜ਼ਿਸਟ ਕਰ ਰਹੀਆਂ। ਸੋ ਵੱਡਾ ਦਿਖਾਂਤ ਹੈ ਇਹ ਇੱਧਰ ਸਾਡਾ ਧਿਆਨ ਦਿਵਾਉਣ ਦੇ ਵਾਸਤੇ, ਸਿਸਟਮ ਦਾ ਧਿਆਨ ਦਿਵਾਉਣ ਦੇ ਵਾਸਤੇ, ਗਵਰਨਮੈਂਟ ਦਾ ਧਿਆਨ ਦਿਵਾਉਣ ਦੇ ਵਾਸਤੇ ਇਹਨਾਂ ਦਾ ਇਹ ਬਹੁਤ ਸਿੰਸੀਅਰ ਐਫਰਟ ਹੈਗਾ। ਬਹੁਤ ਵਧੀਆ ਸੀ, ਮੋਟੀਵੇਸ਼ਨਲ ਮੂਵੀ ਆ। ਸੋ ਜਿੱਦਾਂ ਆਪਾਂ ਨੂੰ ਬਹੁਤ ਕੁਝ ਸਿੱਖਣ ਤੋਂ ਮਿਲਦਾ ਆ। ਸੋ ਜਿਹੜੇ ਆਪਣੇ ਖਿਡਾਰੀ ਆ ਜੋ ਪੰਜਾਬ ਤੋਂ ਆ, ਜੋ ਬਾਹਰ ਉੱਦਾਂ ਵੀ ਇੰਡੀਆ ਤੋਂ ਬਾਹਰ ਤੋਂ ਆ, ਜਿਹੜੇ ਕਿ ਹਜੇ ਸਟਿਲ ਸਟਰਗਲ ਕਰਦੇ ਆ, ਫਾਈਨੈਂਸ਼ਲੀ ਸਟਰਗਲ ਕਰਦੇ ਆ। ਸੋ ਆਈ ਗੈਸ ਇਸ ਮੋਟੀਵੇਸ਼ਨਲ ਮੂਵੀ, ਆਈ ਰੀਅਲੀ ਲਾਈਕ ਇਟ। ਅਸਲ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਇਸ ਫਿਲਮ ਬਾਰੇ ਜਾਣਕਾਰੀ ਮਿਲੀ ਸੀ, ਮੈਂ ਪਹਿਲਾਂ ਉਹਨਾਂ ਬਾਰੇ ਪੜ੍ਹਿਆ। ਸੱਚਮੁੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਮੈਨੂੰ ਲੱਗਦਾ ਕਿ ਨਾ ਤਾਂ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਹੈ ਤੇ ਉਹਦੇ ਤੋਂ ਵੱਡਾ ਦੁਖਾਂਤ ਇਹ ਹੈ ਕਿ ਹਰ ਵਿਅਕਤੀ ਦੇ ਦੇਖਣ ਦੇ ਵੱਸ ਦੀ ਗੱਲ ਵੀ ਨਹੀਂ। ਮੈਨੂੰ ਇਹ ਲੱਗਦਾ ਸੀ ਕਿ ਫਿਲਮ ਘੱਟ ਤੇ ਸਿਸਟਮ ਦੇ ਚਪੇੜਾਂ ਜ਼ਿਆਦਾ ਸੀ। ਸੋ ਮੈਨੂੰ ਲੱਗਦਾ ਕਿ ਅਸੀਂ ਪੰਜਾਬੀਆਂ ਦਾ ਇੱਕ ਸੁਭਾਅ ਹੈ, ਅਸੀਂ ਨਗੋਚੀ ਬਹੁਤ ਹਾਂ, ਪਰ ਦੁਖਾਂਤ ਇਸ ਗੱਲ ਦਾ ਕਿ ਚੰਗੀਆਂ ਚੀਜ਼ਾਂ ਦੇ ਅਸੀਂ ਗਾਹਕ ਵੀ ਹੈ ਨਹੀਂ। ਸਿਸਟਮ ਨੂੰ ਅਸੀਂ ਨਿੰਦਦੇ ਹਾਂ ਪਰ ਸਿਸਟਮ ਦੇ ਖਿਲਾਫ ਬੋਲੇ ਕੋਈ ਹੋਰ। ਭਗਤ ਸਿੰਘ ਸਾਨੂੰ ਚੰਗਾ ਲੱਗਦਾ ਪਰ ਜੰਮੇ ਕਿਸੇ ਦੇ ਘਰ ਹੋਰ। ਫਿਲਮਾਂ ਇਸ ਤਰ੍ਹਾਂ ਦੀਆਂ ਬਣਨੀਆਂ ਚਾਹੀਦੀਆਂ ਨੇ ਪਰ ਅਸੀਂ ਦੇਖਣ ਜਾਵਾਂਗੇ ਜਿਹੜੀਆਂ ਸਿਰਫ ਜਿਹਦੇ 'ਚ ਸਾਨੂੰ ਮਰਾਸਪੁਣਾ ਹੀ ਦਿਖਾਇਆ ਹੋਵੇ। ਸੋ ਮੈਨੂੰ ਲੱਗਦਾ ਕਿ ਕਰਮ ਬਾਠ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ। ਪਦਮ ਸ਼੍ਰੀ ਕੌਰ ਸਿੰਘ ਦਾ ਨਾਮ ਪਹਿਲਾਂ ਵੀ ਬਹੁਤ ਵੱਡਾ ਹੈ। ਬਾਇਓਪਿਕ ਪੰਜਾਬੀ 'ਚ ਬਹੁਤ ਘੱਟ ਬਣੀਆਂ ਨੇ, ਸੱਜਣ ਸਿੰਘ ਰੰਗਰੂਟ ਬਣੀ ਹੈ ਜਾਂ ਇੱਕ ਦੋ ਫਿਲਮਾਂ ਹੋਰ ਬਣਾਈਆਂ ਨੇ, ਗਿੱਪੀ ਗਰੇਵਾਲ ਨੇ ਬਣਾਈ ਸੀ ਇੱਕ ਸੂਬੇਦਾਰ ਜੋਗਿੰਦਰ ਸਿੰਘ। ਮੈਨੂੰ ਲੱਗਦਾ ਕਰਮ ਬਾਠ ਨੇ ਤਾਂ ਆਪਣੀ ਜ਼ਿੰਮੇਵਾਰੀ ਨਿਭਾਤੀ ਤੇ ਹੁਣ ਸਾਡਾ ਫਰਜ਼ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ। ਬਹੁਤ ਹੀ ਵਧੀਆ ਮੂਵੀ ਬਣੀ ਹੈ, ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤੇ ਕਰਮ ਭਾਜੀ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਹੈ। ਆਪਾਂ ਮੂਵੀ ਦੇ ਵਿੱਚ ਦੇਖ ਹੀ ਲਿਆ ਵੀ ਪਦਮ ਸ਼੍ਰੀ ਕੌਰ ਸਿੰਘ ਓਲੰਪੀਅਨ ਰਹੇ ਨੇ ਤੇ ਇੰਡੀਆ ਲਈ ਕਿੰਨੇ ਇਹਨਾਂ ਨੇ ਗੋਲਡ ਮੈਡਲ ਲਏ ਨੇ ਤੇ ਇਹਨਾਂ ਬਾਰੇ ਫਿਲਮ ਬਣਾਉਣੀ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਕਰਮ ਸਿੰਘ ਦਾ, ਕਰਮ ਬਾਠ ਦਾ। ਤੇ ਇਹ ਸਾਡਾ ਸਾਰਿਆਂ ਦਾ ਮੁੜ ਕੇ ਫਰਜ਼ ਬਣਦਾ ਵੀ ਜਿਹੜੀਆਂ ਇਹੋ ਜਿਹੀਆਂ ਫਿਲਮਾਂ ਨੇ ਉਹਨਾਂ ਨੂੰ ਪ੍ਰਮੋਟ ਕਰਿਆ ਜਾਵੇ। ਤੇ ਅਸੀਂ ਕੀ ਕੰਟਰੀਬਿਊਟ ਕਰ ਸਕਦੇ ਹਾਂ? ਅਸੀਂ ਇਹਦੇ ਵਿੱਚ ਇਹੀ ਕੰਟਰੀਬਿਊਟ ਕਰ ਸਕਦੇ ਹਾਂ ਵੀ ਜੇ ਇਹੋ ਜਿਹਾ ਜਿਹੜਾ ਸਿਨੇਮਾ ਹੈ ਉਹ ਬਣਦਾ ਰਹੇ ਤੇ ਉਹਦੇ ਵਿੱਚ ਜਿਹੜੀ ਸਾਡੀ ਕੰਟਰੀਬਿਊਸ਼ਨ ਹੈ ਉਹ ਇਹ ਹੋ ਸਕਦੀ ਹੈ ਕਿ ਅਸੀਂ ਇਹੋ ਜਿਹੀਆਂ ਫਿਲਮਾਂ ਨੂੰ ਵੇਖੀਏ। ਜਿੱਥੇ ਕਿ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇੱਕ ਖਬਰ ਤੇ ਇਹ ਆ ਜੀ ਵੀ ਅਲਬਰਟਾ ਦੇ ਵਿੱਚ ਨਾ ਜਿਹੜੇ ਲੋਕੀ ਡਾਇਬੀਟੀਜ਼ ਦੇ ਨਾਲ
ਪ੍ਰਭਾਵਿਤ ਆ ਉਹਨਾਂ ਲਈ ਪਿੱਛੇ ਜਿਹੇ ਖਾਸ ਕਰਕੇ ਟਾਈਪ 1 ਦੇ ਨਾਲ ਉਹਨਾਂ ਲਈ ਪਿੱਛੇ ਜਿਹੇ ਸਰਕਾਰ ਨੇ ਕਿਹਾ ਸੀਗਾ ਕਿ ਜਿਹੜੇ ਇਨਸੂਲਿਨ ਦੇ ਪੰਪ ਹੁੰਦੇ ਆ ਅਤੇ ਜਾਂ ਉਹਦੇ ਨਾਲ ਹੋਰ ਰਿਲੇਟਡ ਜਿਹੜਾ ਮਟੀਰੀਅਲ ਆ ਉਹਨੂੰ ਸਰਕਾਰ ਫੰਡ ਨਹੀਂ ਕਰੇਗੀ। ਇਹ ਚੇਂਜਸ ਅਗਸਤ ਪਹਿਲੀ ਤੋਂ ਸ਼ੁਰੂ ਹੋਣੀਆਂ ਸੀਗੀਆਂ, ਪਰ ਲੋਕਾਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਕੋਈ 4,000 ਦੇ ਕਰੀਬ ਵਿਅਕਤੀ ਨੇ ਜੀ ਜਿਹੜੇ ਇਸ ਗੱਲ ਦੇ ਨਾਲ ਪ੍ਰਭਾਵਿਤ ਆ। ਉਹਨਾਂ ਲੋਕਾਂ ਨੇ ਔਰ ਨਾਲ ਉਹਨਾਂ ਦੇ ਪਰਿਵਾਰ ਦੋਸਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਆਖਿਰਕਾਰ ਸਰਕਾਰ ਨੇ ਫਿਰ ਕੱਲ੍ਹ ਜਿਹੜਾ ਜੀ ਹੁਣ ਇਹ ਮੰਨ ਲਿਆ ਭਈ ਸਰਕਾਰ ਉਹ ਕੰਟੀਨਿਊ ਰੱਖੇਗੀ, ਜਿਹੜੇ ਇਨਸੂਲਿਨ ਪੰਪਸ ਅਤੇ ਹੋਰ ਉਹਦੇ ਨਾਲ ਜਿਹੜਾ ਮਟੀਰੀਅਲ ਆਉਂਦਾ ਸਪਲਾਈਜ਼ ਉਹਨਾਂ ਨੂੰ ਫੰਡ ਕਰਦੀ ਰਹੇਗੀ। ਜੇਸਨ ਕੋਪਿੰਗ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਜਦੋਂ ਇਹ ਗੱਲਬਾਤ ਪਹਿਲਾਂ ਕੀਤੀ ਗਈ ਸੀ ਉਹਨੂੰ ਵਿਸ਼ਾਲਤਾ ਦੇ ਨਾਲ ਨਹੀਂ ਸੀ ਦੇਖਿਆ ਗਿਆ ਕਿ ਉਹਦੇ ਨਾਲ ਓਵਰਆਲ ਇੰਪੈਕਟ ਇਸ ਗੱਲ ਦਾ ਕੀ ਪਏਗਾ, ਅਤੇ ਹੁਣ ਉਹ ਕਹਿੰਦੇ ਵੀ ਅਸੀਂ ਕੰਪਨੀਆਂ ਦੇ ਨਾਲ ਮੁੜ ਕੇ ਨਗੋਸ਼ੀਏਟ ਕਰ ਰਹੇ ਆ ਜਿਨ੍ਹਾਂ ਤੋਂ ਪੰਪ ਜਾਂ ਸਪਲਾਈਜ਼ ਲੈ ਜਾਂਦੇ ਆ, ਅਤੇ ਉਹ ਕਹਿੰਦੇ ਵੀ ਅਸੀਂ ਕੰਟੀਨਿਊ ਰੱਖਾਂਗੇ ਰਾਦਰ ਦੈਨ ਵੀ ਉਸ ਚੀਜ਼ ਨੂੰ ਜਿਹੜੇ ਐਮਪਲੋਇਰ ਸੀਗੇ ਉਹਨਾਂ ਦੇ ਬੈਨੀਫਿਟ ਪ੍ਰੋਗਰਾਮ 'ਤੇ ਪਾਉਣ ਤੋਂ ਜਾਂ ਬਲੂ ਕ੍ਰਾਸ ਦੇ ਉੱਤੇ ਉਹ ਭਾਰ ਵਧਾਉਣ ਵਾਲੀ ਗੱਲ ਕਰਨੀ ਸੀ, ਉਹ ਹੁਣ ਸਰਕਾਰ ਨਹੀਂ ਕਰੇਗੀ। ਔਰ ਲੋਕੀ ਜਿਹੜੇ ਨੇ ਜਾਂ ਜਿਹੜੇ ਪੇਸ਼ੈਂਟ ਇਹ ਯੂਜ਼ ਕਰਦੇ ਸੀਗੇ ਪੰਪ ਇਨਸੂਲਿਨ ਦੇ, ਉਹ ਸਾਰੇ ਇਸ ਗੱਲ ਦੇ ਨਾਲ ਹੁਣ ਥੋੜ੍ਹੀ ਜਿਹੀ ਉਹਨਾਂ ਨੂੰ ਰਾਹਤ ਮਿਲੀ ਆ, ਨਹੀਂ ਤਾਂ ਉਹਨਾਂ ਨੂੰ ਅਗਸਤ ਪਹਿਲੀ ਤੋਂ ਜਿਹੜੇ ਸੀ ਜੀ ਖੁਦ ਇਹਨਾਂ ਚੀਜ਼ਾਂ ਦੇ ਪੈਸੇ ਦੇਣੇ ਪੈਣੇ ਸੀ ਜਾਂ ਇੰਸ਼ੋਰੈਂਸ ਕੰਪਨੀਆਂ ਦਿੰਦੀਆਂ। ਸੋ ਇਸ ਗੱਲੋਂ ਉਹ ਕਹਿੰਦੇ ਜੀ ਵੀ ਦੇਖੋ ਸਰਕਾਰ ਨੂੰ ਇਹ ਗੱਲਬਾਤ ਪਹਿਲਾਂ ਹੀ ਜਿਹੜੀ ਹੈ ਲੋਕਾਂ ਦੀ ਸੁਣ ਲੈਣੀ ਚਾਹੀਦੀ ਸੀ, ਪਰ ਹੁਣ ਸਰਕਾਰ ਇੱਕ ਗਾਹਾਂ ਲਈ ਇੱਕ ਕਮੇਟੀ ਬਣਾ ਰਹੀ ਆ ਔਰ ਉਹ ਕਮੇਟੀ ਜਿਹੜੀ ਆ ਗੱਲਬਾਤ ਕਰਕੇ ਜਿਹੜੀਆਂ ਵੀ ਲੋੜਾਂ ਹੋਣਗੀਆਂ ਉਹਨਾਂ 'ਤੇ ਗਾਂਹ ਵਿਚਾਰ ਵਟਾਂਦਰਾ ਕਰੇਗੀ। ਅਤੇ NDP ਦਾ ਕਹਿਣਾ ਆ ਕਿ ਜਿਹੜੇ ਉਸ ਕਮੇਟੀ ਦੇ ਮੈਂਬਰ ਬਣਾਏ ਜਾਣੇ ਨੇ ਉਹਨਾਂ ਦੇ ਵਿੱਚੋਂ ਪੇਸ਼ੈਂਟਸ, ਡਾਕਟਰ ਅਤੇ ਉਹਨਾਂ ਲੋਕਾਂ ਦੇ ਜਿਹੜੇ ਹੋਰ ਮਾਹਰ ਨੇ ਇਹਨਾਂ ਚੀਜ਼ਾਂ ਵਿੱਚ ਉਹਨਾਂ ਨੂੰ ਲੈਣਾ ਚਾਹੀਦਾ। ਔਰ ਦੂਸਰੀ ਖਬਰ ਇਹ ਆ ਰਹੀ ਹੈ ਜੀ ਵੀ ਅਲਬਰਟਾ ਦੇ ਨਾ ਛੋਟੀ ਇੱਕ ਹੈਮਲਟ ਹੈਗੀ ਆ ਨੌਰਡੈਗ ਅਲਬਰਟਾ, ਉੱਥੇ ਅੱਗਾਂ ਲੱਗੀਆਂ ਹੋਈਆਂ ਨੇ, ਜੰਗਲੀ ਅੱਗਾਂ ਪਿਛਲੇ ਦਿਨਾਂ ਤੋਂ ਆਰੰਭ ਹੋਈਆਂ। ਪਹਿਲਾਂ ਉਹਨਾਂ ਦਾ ਖੇਤਰਫਲ ਜਿਹੜਾ ਸੀਗਾ ਕੋਈ 200 ਦੇ ਹੈਕਟੇਅਰ ਦੇ ਕਰੀਬ ਸੀਗਾ, ਪਰ ਆ ਰਾਤੋਂ ਰਾਤ ਕੱਲ੍ਹ 366 ਹੈਕਟੇਅਰ ਹੋ ਗਿਆ ਔਰ ਅੱਗ ਬਲ ਰਹੀ ਆ। ਇਸ ਕਰਕੇ ਉੱਥੇ ਐਵੈਕੂਏਸ਼ਨ ਦੇ ਆਰਡਰ ਜਿਹੜੇ ਜੀ ਉਹ ਕਰ ਦਿੱਤੇ ਗਏ ਨੇ ਔਰ ਜਿਹੜੀਆਂ ਹੋਰ ਨੇੜੇ ਤੇੜੇ ਦੀਆਂ ਉੱਥੇ ਜਿਵੇਂ ਸਨੋ ਕ੍ਰੀਕ ਪ੍ਰੋਵਿੰਸ਼ੀਅਲ ਰਿਕ੍ਰੀਏਸ਼ਨ ਏਰੀਆ ਹੈ, ਡਰਾਈ ਹੇਵਨ ਪ੍ਰੋਵਿੰਸ਼ੀਅਲ ਰਿਕ੍ਰੀਏਸ਼ਨ ਏਰੀਆ, ਸੈਂਟਰ ਫਾਰ ਆਊਟਡੋਰ ਐਜੂਕੇਸ਼ਨ, ਫਿਸ਼ ਲੇਕ ਪ੍ਰੋਵਿੰਸ਼ੀਅਲ ਰੈਕ ਏਰੀਆ, ਫਰੰਟੀਅਰ ਲੌਜ ਅਤੇ ਗੋਲਦਾਈ ਲੇਕ ਰੈਕ ਏਰੀਆ, ਉਹਨਾਂ ਸਾਰਿਆਂ ਨੂੰ ਜਿਹੜੇ ਜੀ ਇਹ ਆਰਡਰ ਦਿੱਤੇ ਗਏ ਨੇ ਜਾਂ ਕਹਿ ਲਓ ਵੀ ਨੋਟਿਸ ਭੇਜ ਦਿੱਤੇ ਗਏ ਕਿ ਭਾਈ ਕਿਸੇ ਵਕਤ ਵੀ ਤੁਹਾਨੂੰ ਐਵੈਕੂਏਟ ਕਰਨਾ ਪੈ ਸਕਦਾ ਹੈ। ਕਿਉਂਕਿ ਜਦੋਂ ਉਹਨਾਂ ਨੇ ਜਾਇਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਕਿੰਨੀ ਕੁ ਜਗ੍ਹਾ ਦੇ ਵਿੱਚ ਟੋਟਲ ਇਹ ਅੱਗ ਲੱਗੀ ਹੋਈ ਆ, ਅਤੇ ਉੱਥੋਂ ਉਹ ਕਹਿ ਰਿਹਾ ਜੀ ਵੀ ਕਿਉਂਕਿ ਧੂੰਆਂ ਵਗੈਰਾ ਜਿਹੜਾ ਉਹਦਾ ਕਰਕੇ ਉਹ ਕੰਮਕਾਰ ਉਹਨਾਂ ਦਾ ਹੋ ਨਹੀਂ ਸਕਿਆ, ਪਰ ਲੋਕਾਂ ਲਈ ਉਹਨਾਂ ਨੇ ਇਹ ਆਰਡਰ ਜਿਹੜੇ ਆ ਜੀ ਉਹ ਜਾਰੀ ਕਰ ਦਿੱਤੇ ਆ ਕਿ ਭਾਈ ਤੁਸੀਂ ਤਿਆਰ ਰਹੋ। ਕੁਝ ਥਾਵਾਂ 'ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਆਲਰੇਡੀ ਚਲੇ ਜਾਓ, ਕੁਝ ਇੱਕ ਨੂੰ ਕਿਹਾ ਵੀ ਤੁਸੀਂ ਤਿਆਰ ਰਹੋ, ਕਿਸੇ ਵਕਤ ਵੀ ਤੁਹਾਨੂੰ ਉੱਥੋਂ ਐਵੈਕੂਏਟ ਕਰਨਾ ਪੈ ਸਕਦਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੇਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।